ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਆਜੂਨੀ ਸੈਭੰ ਗੁਰ ਪ੍ਰਸਾਦ। ਤੇਰੇ ਕਵਣ ਕਵਣ ਗੁਣ ਕਹਿ ਕਹਿ ਗਾਵਾਂ, ਤੂੰ ਸਾਹਿਬ ਗੁਣੀ ਨਿਧਾਨਾ। ਤੁਮਰੀ ਮਹਿਮਾ ਬਰਨ ਨਾ ਸਾਕੂੰ, ਤੂੰ ਠਾਕੁਰ ਊਚ ਭਗਵਾਨਾ। ਨਾਰਾਇਣ ਨਰਪਤ ਨਮਸਕਾਰੈ, ਐਸੇ ਗੁਰ ਕੋ ਬਲ ਬਲ ਜਾਈਐ। ਆ ਮੁਕਤ ਮੋਹਿ ਤਾਰੈ, ਕਵਨ 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 ਗੁਣ ਕਹੀਐ। ਅੰਤ ਨਹੀਂ ਕਛ ਪਾਰੈ, ਲਾਖ 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 ਕਈ ਕੋਰੈ। ਕੋ ਹੈ ਐਸੋ ਵਿਚਾਰੈ, ਬਿਸਮ 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 ਹੀ ਪਈਐ। ਲਾਲ ਗੁਲਾਲ ਰੰਗਾਰੈ, ਕੋ ਨਾਨਕ ਸੰਤਨ ਰਸ ਆਈਐ। ਜਿਉ ਚਾਖ ਗੁੰਗਾ ਮੁਸਕਾਰੈ, ਕੋ ਨਾਨਕ ਸੰਤਨ ਰਸ ਆਈਐ। ਜਿਉ ਚਾਖ ਗੁੰਗਾ ਮੁਸਕਾਰੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ, ਜਿਨ੍ਹਾਂ ਦੀ ਪਵਿੱਤਰ ਗੋਦ ਵਿੱਚ ਬੈਠ ਕੇ ਆਪ ਰੋਜ਼ਾਨਾ ਹੀ ਅੰਮ੍ਰਿਤ ਵੇਲੇ ਜਾ ਕੇ ਸਤ ਸੰਗਤ ਦੀਆਂ ਮੁਬਾਰਕ ਘੜੀਆਂ ਆਪਣੇ ਜੀਵਨ ਵਿੱਚ ਰੋਜ਼ਾਨਾ ਇਸ ਨੂੰ ਗ੍ਰਹਿਣ ਕਰਦੇ ਹੋ। ਸਾਰੇ ਮਾਈ ਭਾਈ ਵੱਡੇ ਭਾਗਾਂ ਵਾਲੇ ਹੋ ਜੋ ਸਤਿਗੁਰੂ ਦੀ ਰਹਿਮਤ ਝੋਲੀ ਵਿੱਚ ਪਾਉਂਦੇ ਹੋ। ਸੋ ਆਓ, ਆਉਣ ਵਾਲੇ ਦਿਨ ਧੰਨ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਬਾਬਾ ਜੀ ਤੇ ਉਹਨਾਂ ਦੇ ਅਣਖ ਸਿੱਖ ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ, ਭਾਈ ਦਿਆਲਾ ਜੀ, ਜਿਨ੍ਹਾਂ ਦੇ ਸ਼ਹਾਦਤ ਦੇ ਦਿਹਾੜਾ ਕੋਲ ਆ ਰਹੇ ਹਨ। 2 ਜਾਂ 3 ਹਫ਼ਤਿਆਂ ਵਿੱਚ ਅਸੀਂ ਧੰਨ ਗੁਰੂ ਨਾਨਕ ਤੇਗ ਬਹਾਦਰ ਬਾਬਾ ਜੀ ਦੀ ਜੀਵਨ ਵਿੱਚੋਂ ਕਿੱਥੋਂ ਆਰੰਭ ਹੋਇਆ ਔਰ ਕਿੱਥੋਂ ਤੱਕ ਸ਼ਹਾਦਤ ਦਾ ਜਿਹੜਾ ਸਫ਼ਰ ਹੈ, ਅਸੀਂ ਮਿਲ ਬੈਠ ਕੇ ਇਸ ਨੂੰ ਸਾਂਝ ਕਰਨਾ ਹੈ ਔਰ ਆਪਣਾ ਅਕੀਦਾ ਭੇਟ ਕਰਨਾ ਹੈ। ਔਰ ਗੁਰੂ ਪ੍ਰਤੀ ਉਹ ਪ੍ਰੇਮ ਪਿਆਰ ਅਸੀਂ ਆਪਣੇ ਹਿਰਦੇ ਵਿੱਚ ਵਸਾਉਣਾ ਹੈ ਕਿ ਗੁਰੂ ਤੇਗ ਬਹਾਦਰ ਬਾਬਾ ਜੀ ਦਾ ਕੈਸਾ ਬਾ ਕਮਾਲ ਸਰੀਰਕ ਤੌਰ 'ਤੇ ਜੀਵਨ ਸੀ, ਅਧਿਆਤਮਿਕ ਤੌਰ 'ਤੇ ਵੀ ਜੀਵਨ ਸੀ। ਅਸੀਂ ਉਸ ਗੁਰੂ ਤੇਗ ਬਹਾਦਰ ਸਾਹਿਬ ਜੀ ਦੀਆਂ ਵਡਿਆਈਆਂ ਨੂੰ ਅਸੀਂ ਸਰਵਣ ਕਰਨਾ ਹੈ। ਮਨ ਬਿਰਤੀ ਇਕਾਗਰ ਕਰੀਏ। ਕੈਮਰਾ ਕੋਸ਼ਿਸ਼ ਕਰੋ ਆਨ ਕਰਕੇ ਬੈਠੋ, ਤਾਂ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਜੀਵਨ ਆਰੰਭ ਹੁੰਦਾ ਹੈ ਔਰ ਕਿਸ ਤਰ੍ਹਾਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੀਆਂ ਤਮਾਮ ਬਖਸ਼ਿਸ਼ਾਂ ਜੋ ਸਾਡੀ ਝੋਲੀ ਵਿੱਚ ਪੈ ਜਾਣ, ਜੋ ਐਸੇ ਦੀਨ ਦਿਆਲ ਸਤਿਗੁਰੂ ਪਰਉਪਕਾਰੀ ਜੀਵਨ ਵਾਲੇ
ਜਿਨ੍ਹਾਂ ਦੀ ਉਸਤਤ ਇਹ ਛੋਟੀ ਜਿਹੀ ਰਸਨਾ ਨਹੀਂ ਕਰ ਸਕਦੀ, ਪਰ ਜਿਤਨੇ ਵੀ ਬੋਲ ਗੁਰੂ ਸਾਹਿਬ ਬੁਲਾਣ, ਜਿਉਂ ਬੁਲਾਵੇ ਤਿਉਂ ਬੋਲੇ ਸੁਆਮੀ, ਕੁਦਰਤ ਕਵਣ ਹਮਾਰੀ, ਸਾਧ ਸੰਗ ਨਾਨਕ ਜਸ ਗਾਇਓ, ਜੋ ਪ੍ਰਭ ਕੀ ਹੱਥ ਪਿਆਰੀ। ਤੋ ਆਓ ਮਨ ਬਿਰਤੀ ਇਕਾਗਰ ਕਰੋ, ਧਿਆਨ ਗੁਰੂ ਦੇ ਚਰਨਾਂ ਵੱਲ ਲਗਾ ਕੇ ਸਾਰੇ ਮਾਈ ਭਾਈ ਰਸਨਾ ਨੂੰ ਪਵਿੱਤਰ ਕਰਦੇ ਹੋਏ ਪਿਆਰ ਨਾਲ ਆਖੋ ਜੀ, ਸਤਨਾਮ ਸ੍ਰੀ ਵਾਹਿਗੁਰੂ। ਧੰਨ ਗੁਰੂ ਤੇਗ ਬਹਾਦਰ ਬਾਬਾ ਜੀ, ਜਿਨ੍ਹਾਂ ਦੇ ਜੀਵਨ ਅਸੀਂ ਆਰੰਭ ਕਰੀਏ, ਆਪ ਜੀ ਨੂੰ ਗਿਆਤ ਹੋਣਾ ਹੈ ਸਿੱਖ ਪੰਥ ਵਿੱਚ ਦੋ ਵੱਡੇ ਥੰਬ ਨੇ, ਨੋਟ ਕਰਨਾ। ਇੱਕ ਹੈ ਗ੍ਰੰਥ ਤੇ ਇੱਕ ਹੈ ਪੰਥ। ਗ੍ਰੰਥ ਤੇ ਪੰਥ। ਤੇ ਗ੍ਰੰਥ, ਆਦਿ ਗ੍ਰੰਥ ਦੀ ਸਥਾਪਨਾ ਜਿੱਥੇ ਹੋਈ, ਉਹ ਪਾਵਨ ਪਵਿੱਤਰ ਧਰਤੀ ਅੰਮ੍ਰਿਤਸਰ ਸਾਹਿਬ ਦੀ ਹੈ, ਜਿੱਥੇ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਆਗਮਨ ਹੋਇਆ ਹੈ। ਤੇ ਜਿੱਥੇ ਪੰਥ ਨੂੰ ਪ੍ਰਗਟ ਕੀਤਾ, ਖਾਲਸਾ ਪੰਥ, ਜਿਸ ਸਥਾਨ ਤੇ ਅਨੰਦਪੁਰ ਦੀ ਧਰਤੀ ਤੇ ਜਿੱਥੇ ਪੰਥ ਨੂੰ ਸੰਸਾਰ ਦੇ ਵਿੱਚ ਪ੍ਰਗਟ ਕੀਤਾ, ਉਸ ਧਰਤੀ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸੀਸ ਦਾ ਸੰਸਕਾਰ ਹੋਇਆ ਹੈ। ਤੁਸੀਂ ਅਨੰਦਪੁਰ ਸਾਹਿਬ ਕਦੀ ਜਾਂਦੇ ਹੋ ਤੇ ਉੱਥੇ ਦੋ ਗੁਰਦੁਆਰੇ ਹੋਰ ਵੀ ਨੇ ਜਿੱਥੇ ਮਹਾਰਾਜ ਦੀ ਰਿਹਾਇਸ਼ ਹੁੰਦੀ ਸੀ। ਉਹ ਗੁਰਦੁਆਰਾ ਸੀਸਗੰਜ ਸਾਹਿਬ ਹੈ। ਇੱਕ ਤੇ ਦਿੱਲੀ ਵਿੱਚ ਹੈ ਜਿੱਥੇ ਸ਼ਹਾਦਤ ਹੋਈ, ਜਿੱਥੇ ਸੰਸਕਾਰ ਹੋਇਆ। ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਜੀ ਉਸ ਸਥਾਨ ਤੇ ਰਹਿੰਦੇ ਸਨ ਤੇ ਉਸ ਸਥਾਨ ਤੇ ਫਿਰ ਸੀਸ ਦਾ ਸੰਸਕਾਰ ਹੋਇਆ। ਨਾਲ ਹੀ ਫਿਰ ਅਨੰਦਪੁਰ ਸਾਹਿਬ, ਕੇਸਗੜ੍ਹ ਸਾਹਿਬ ਹੈ। ਇੱਕ ਗੁਰਦੁਆਰਾ ਆਪ ਜੀ ਨੂੰ ਹੋਰ ਪਤਾ ਹੋਏਗਾ, ਦਮਦਮਾ ਸਾਹਿਬ ਵੀ ਹੈ ਉੱਥੇ, ਜਿੱਥੇ ਕਸ਼ਮੀਰੀ ਪੰਡਤ ਆ ਕੇ ਪੁਕਾਰ ਕੀਤੀ ਸੀ ਗੁਰੂ ਤੇਗ ਬਹਾਦਰ ਪਾਤਸ਼ਾਹ ਦੇ ਚਰਨਾਂ ਵਿੱਚ ਕਿ ਸਾਡਾ ਧਰਮ ਖਤਰੇ ਵਿੱਚ ਹੈ। ਤੋ ਦੋ ਸਿੱਖੀ ਦੇ ਵਿੱਚ ਥੰਬ ਨੇ, ਇੱਕ ਵੇ ਪੰਥ ਤੇ ਇੱਕ ਵੇ ਗ੍ਰੰਥ। ਤੋ ਦੋਨੋਂ ਜਗ੍ਹਾ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪਹਿਲੇ ਆਗਮਨ ਹੋਇਆ ਹੈ, ਜਿੱਥੇ ਗ੍ਰੰਥ ਦੀ ਸਥਾਪਨਾ ਹੋਈ ਹੈ, ਔਰ ਜਿੱਥੇ ਪੰਥ ਦੀ ਪ੍ਰਗਟ ਹੋਇਆ ਹੈ, ਖਾਲਸਾ ਜਿਹਨੂੰ ਸਿਰਜਣਾ ਦਿਵਸ ਮਨਾਉਂਦੇ ਹਾਂ ਵਿਸਾਖੀ ਤੇ, ਉੱਥੇ ਮਹਾਰਾਜ ਜੀ ਦਾ ਸੀਸ ਭੇਟ ਹੋਇਆ ਹੈ, ਸੀਸ ਦਾ ਸੰਸਕਾਰ ਹੋਇਆ ਹੈ। ਤੋ ਗੁਰੂ ਮਹਾਰਾਜ ਧੰਨ ਗੁਰੂ ਹਰਗੋਬਿੰਦ ਪਾਤਸ਼ਾਹ ਦੇ ਸਭ ਤੋਂ ਛੋਟੇ ਸਾਹਿਬਜ਼ਾਦੇ ਸਨ। ਕੁਝ ਡੇਟ ਆਪ ਨੋਟ ਕਰ ਲਓ, ਅੱਗੇ ਚੱਲ ਕੇ ਜਦੋਂ ਅਸੀਂ ਵਿਚਾਰਾਂ ਵਿੱਚ ਲਵਾਂਗੇ ਤੇ ਸਾਡਾ ਸਮਝਣਾ ਸੌਖਾ ਹੋ ਜਾਏਗਾ। ਜੋ ਕਿ ਅਪ੍ਰੈਲ ਸਨ 1621 ਈਸਵੀ ਵਿਖੇ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਆਗਮਨ ਗੁਰੂ ਹਰਗੋਬਿੰਦ ਪਾਤਸ਼ਾਹ ਦੇ ਘਰ ਹੋਇਆ। ਹਰਗੋਬਿੰਦ ਪਾਤਸ਼ਾਹ ਦੇ ਘਰ ਪਹਿਲਾਂ 4 ਸਾਹਿਬਜ਼ਾਦੇ ਤੇ ਬੀਬੀ ਵੀਰੋ, ਭਾਈ ਗੁਰਦਿੱਤਾ ਜੀ, ਅਣੀ ਰਾਏ, ਸੂਰਜਮਲ, ਅਟਲ ਰਾਏ ਤੇ ਬੀਬੀ ਵੀਰੋ, ਪਹਿਲਾਂ ਇਹਨਾਂ ਦੇ ਘਰ ਇਹ ਔਲਾਦ ਸੀ। ਅੱਜ ਗੁਰੂ ਹਰਗੋਬਿੰਦ ਪਾਤਸ਼ਾਹ ਜਦੋਂ ਦਰਬਾਰ ਸਾਹਿਬ ਤੋਂ ਆਸਾ ਦੀ ਵਾਰ ਦਾ ਸੰਪੂਰਨ ਕੀਰਤਨ ਹੋਣ ਤੋਂ ਬਾਅਦ ਦੀਵਾਨ ਦੀ ਸਮਾਪਤੀ ਹੋਈ ਤੇ ਜਦ ਮਹਾਰਾਜ ਬਾਹਰ ਆਏ ਸੰਗਤਾਂ ਦੇ ਨਾਲ, ਬਾਬਾ ਬੁੱਢਾ ਜੀ ਵੀ ਸਨ, ਗੁਰਦਾਸ ਜੀ ਵੀ ਸਨ, ਸਿੱਖ ਸੁਨੇਹਾ ਲੈ ਕੇ ਆਇਆ ਕਿ ਤੁਹਾਡੇ ਘਰ ਇੱਕ ਬਾਲਕ ਦਾ ਆਗਮਨ ਹੋਇਆ ਹੈ। ਤੇ ਮਹਾਰਾਜ ਫਿਰ ਖੁਸ਼ੀ ਨਾਲ ਬਾਬਾ ਬੁੱਢਾ ਜੀ, ਭਾਈ ਗੁਰਦਾਸ ਜੀ, ਸਾਰਿਆਂ ਨੂੰ ਲੈ ਕੇ, ਜਿਸ ਤਰ੍ਹਾਂ ਇੱਕ ਪਿਤਾ ਨੂੰ ਚਾਅ ਚੜ੍ਹਦਾ ਹੈ ਕਿ ਜਦੋਂ ਉਹ ਇਹ ਖਬਰ ਪਰਮਾਤਮਾ ਵੱਲੋਂ ਦਿੱਤੀ ਦਾਤ ਮਿਲਦੀ ਹੈ
ਫਿਰ ਉਹ ਸਾਰੇ ਮਹਾਰਾਜ ਦੇ ਨਾਲ ਜਿਤਨੇ ਸਿੱਖ ਸਨ ਉੱਥੇ ਜਾ ਕੇ ਮਹਾਰਾਜ ਕੋਲ ਪਹੁੰਚੇ, ਨਾਲ ਗਏ ਜਿੱਥੇ ਗੁਰੂ ਕਾ ਮਹਿਲ ਹੈ। ਦੇਖੋ ਮਹਾਰਾਜ ਉੱਥੇ ਗੁਰੂ ਰਾਮਦਾਸ ਜੀ ਦਾ ਵੀ ਰਿਹਾਇਸ਼ ਸੀ, ਗੁਰੂ ਅਰਜਨ ਦੇਵ ਮਹਾਰਾਜ ਦੀ ਵੀ, ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੀ ਵੀ ਇੱਥੇ ਇਹਨਾਂ ਦੀ ਰਿਹਾਇਸ਼ ਸੀ। ਤੇ ਅੱਜ ਇੱਕ ਪਹਿਲੇ ਹੀ ਗੁਰੂ ਐਸੇ ਸਨ ਜਿਨ੍ਹਾਂ ਦਾ ਉਸ ਅੰਮ੍ਰਿਤਸਰ ਦੀ ਧਰਤੀ ਤੇ, ਜਿੱਥੇ ਹਰਿਮੰਦਰ ਸਾਹਿਬ ਹੈ, ਉਸ ਸਥਾਨ ਦੇ ਆਸ-ਪਾਸ ਜਿਹੜਾ ਗੁਰੂ ਕਾ ਮਹਿਲ ਹੈ, ਜਿੱਥੇ ਗੁਰਦੁਆਰਾ, ਉੱਥੇ ਸਿਰਫ ਗੁਰੂ ਸਾਹਿਬ ਦਾ ਹੀ ਪ੍ਰਕਾਸ਼ ਹੋਇਆ ਹੈ। ਜਿੰਨੇ ਵੀ ਗੁਰੂ ਸਾਹਿਬ ਹਨ, ਨਾਮ ਆਪ ਸਭ ਜਾਣਦੇ ਹੋ। ਗੁਰੂ ਨਾਨਕ ਪਾਤਸ਼ਾਹ ਦਾ ਰਾਏ ਭੂਏ ਦੀ ਤਲਵੰਡੀ ਵਿੱਚ ਆਪ ਸਭ ਨੂੰ ਪਤਾ ਹੈ। ਗੁਰੂ ਅੰਗਦ ਦੇਵ ਜੀ ਮਹਾਰਾਜ ਮੁਕਤਸਰ ਦੀ ਧਰਤੀ ਤੇ ਹੋਇਆ ਹੈ ਪ੍ਰਕਾਸ਼। ਗੁਰੂ ਅਮਰਦਾਸ ਪਾਤਸ਼ਾਹ ਜੀ ਦਾ ਬਾਸਰਕੇ ਪਿੰਡ ਵਿੱਚ, ਗੁਰੂ ਰਾਮਦਾਸ ਪਾਤਸ਼ਾਹ ਦਾ ਚੂਨਾ ਮੰਡੀ ਲਾਹੌਰ ਵਿਖੇ, ਗੁਰੂ ਅਰਜਨ ਦੇਵ ਮਹਾਰਾਜ ਗੋਇੰਦਵਾਲ ਸਾਹਿਬ ਵਿੱਚ, ਹਰਗੋਬਿੰਦ ਪਾਤਸ਼ਾਹ ਗੁਰੂ ਕੀ ਵਡਾਲੀ ਤੇ ਹਰ ਰਾਏ ਸਾਹਿਬ ਤੇ ਹਰਕ੍ਰਿਸ਼ਨ ਪਾਤਸ਼ਾਹ ਜੀ ਦਾ ਆਗਮਨ ਕੀਰਤਪੁਰ ਸਾਹਿਬ ਹੋਇਆ ਹੈ। ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਆਪ ਜੀ ਨੂੰ ਪਤਾ ਹੈ ਪਟਨਾ ਸਾਹਿਬ। ਇੱਕੋ ਗੁਰੂ ਤੇਗ ਬਹਾਦਰ ਬਾਬਾ ਜੀ ਜਿਨ੍ਹਾਂ ਦਾ ਪ੍ਰਕਾਸ਼ ਉਸ ਹਰਮੰਦਰ ਸਾਹਿਬ ਦੀ ਧਰਤੀ ਤੇ ਹੋਇਆ ਹੈ, ਜਿਹਨੂੰ ਅੰਮ੍ਰਿਤਸਰ ਸਾਹਿਬ ਬੋਲਦੇ ਨੇ। ਮੈਂ ਤਾਂ ਡਿਟੇਲ ਵਿੱਚ ਕਹਿ ਰਿਹਾ ਕਿ ਕੁਝ ਗੱਲਾਂ ਜਿਹੜੇ ਸਾਡੇ ਇੱਕ ਜ਼ਿਹਨ ਵਿੱਚ ਆ ਜਾਣ ਕਿ ਉਹਨਾਂ ਦਾ ਅਸੀਂ ਗੁਰਪੁਰਬ ਮਨਾਇਆ ਸਫਲਾ ਹੋ ਜਾਏ ਔਰ ਸਾਡਾ ਬੋਲਿਆ ਸਫਲ ਹੋ ਜਾਏ, ਕਿ ਸਾਨੂੰ ਉਹਨਾਂ ਬਾਰੇ ਜਾਣਕਾਰੀ ਹੋਵੇ। ਜਦੋਂ ਮਹਾਰਾਜ ਘਰ ਪਹੁੰਚੇ ਤੇ ਜੰਮਦੇ ਹੋਏ ਬਾਲਕ ਨੂੰ ਜਦ ਮਹਾਰਾਜ ਨੇ ਆਪਣੇ ਮੁਬਾਰਕ ਕਰ ਦੇ ਨਾਲ, ਹੱਥਾਂ ਦੇ ਨਾਲ ਉਸ ਬਾਲਕ ਨੂੰ ਫੜਿਆ ਤੇ ਸਾਧ ਸੰਗਤ ਸਭ ਤੋਂ ਪਹਿਲਾਂ ਮਹਾਰਾਜ ਨੇ ਮੱਥਾ ਚੁੰਮਿਆ, ਉਹਦੇ ਸੀਸ ਚੁੰਮੇ ਤੇ ਪਰਿਕਰਮਾ ਕੀਤੀ। ਤੇ ਨਾਮ ਵੀ ਮਹਾਰਾਜ ਨੇ ਆਪ ਰੱਖਿਆ ਤਿਆਗ ਮਲ। ਕਹਿਣ ਲੱਗੇ ਮਹਾਰਾਜ, ਇਹ ਤਿਆਗ ਮਲ ਐਸੀ ਤਿਆਗ ਦੀ ਮੂਰਤ ਹੋਣਗੇ, ਸਮਾਂ ਆਏਗਾ ਇਹ ਆਪਣਾ ਆਪ ਸਭ ਕੁਝ ਤਿਆਗ ਦੇਣਗੇ। ਭਾਵ ਕਿ ਅੰਦਰ ਐਸੀ ਭਾਵਨਾ ਹੋਏਗੀ ਕਿ ਕਿਸੇ ਪ੍ਰਤੀ ਵੀ ਕੋਈ ਇਹਨਾਂ ਪਾਸ ਦੁੱਖ ਦਰਦ ਲੈ ਕੇ ਆਏਗਾ ਤੇ ਉਹਨਾਂ ਦੇ ਸਾਰੇ ਦੁੱਖ ਦਰਦ ਨਿਵਰਤ ਕਰ ਦੇਣਗੇ। ਸੰਗਤਾਂ ਨੇ ਜਦ ਵੇਖਿਆ ਤੇ ਇਹ ਵੇਖਿਆ ਕਿ ਅੱਜ ਤੱਕ ਕਿਸੇ ਨੇ ਵੀ, ਮਤਲਬ ਕਿਸੇ ਨੇ ਵੀ, ਗੁਰੂ ਸਾਹਿਬ ਜਦ ਵੀ ਜਿੰਨੇ ਵੀ ਘਰ ਵਿੱਚ ਸੰਤਾਨ ਹੋਈ ਹੈ, ਕਿਸੇ ਨੂੰ ਸੀਸ ਨਹੀਂ ਝੁਕਾਇਆ, ਪੈਰ ਉਹਨਾਂ ਦੇ ਨਹੀਂ ਚੁੰਮੇ। ਪਰ ਇਸ ਤਿਆਗਮਲ ਜੀ ਦੇ ਕਿਉਂ ਚੁੰਨੇ? 10-15 ਦਿਨ ਬੀਤ ਗਏ ਤੇ ਸੰਗਤਾਂ ਨੇ ਗੁਰੂ ਹਰਗੋਬਿੰਦ ਪਾਤਸ਼ਾਹ ਕੋਲੋਂ ਪੁੱਛਿਆ, ਮਹਾਰਾਜ ਤੁਸੀਂ ਇਹ ਦੱਸੋ ਕਿ ਤੁਸੀਂ ਬੱਚੇ ਦਾ ਅੱਗੇ ਸੀਸ ਵੀ ਝੁਕਾਇਆ, ਪਰਿਕਰਮਾ ਵੀ ਕੀਤੀ ਹੈ ਤੇ ਇਹਨਾਂ ਦੇ ਪੈਰ ਵੀ ਚੁੰਮੇ ਹਨ। ਤੇ ਗੁਰੂ ਸਾਹਿਬ ਨੇ ਕਿਹਾ ਇਹਦੇ 2 ਵੱਡੇ ਕਾਰਨ ਨੇ। ਸਭ ਤੋਂ ਵੱਡਾ ਕਾਰਨ ਤੇ ਇਹ ਵੇ ਕਿ ਜਦੋਂ ਇਹਨਾਂ ਨੂੰ, ਇਸ ਬਾਲਕ ਨੂੰ ਗੁਰਤਾ ਗੱਦੀ ਮਿਲਣੀ ਹੈ ਨਾ, ਉਸ ਵੇਲੇ ਪ੍ਰੈਜੈਂਟ ਗੁਰੂ ਇਹਨਾਂ ਦੇ ਕੋਲ ਨਹੀਂ ਹੋਣਗੇ। ਜਿਸ ਤਰ੍ਹਾਂ ਕਿਸੇ ਵੀ ਗੁਰੂ ਸਾਹਿਬ ਨੇ ਗੁਰਤਾ ਗੱਦੀ ਦਿੱਤੀ ਤੇ ਸਾਹਮਣੇ ਗੁਰੂ ਸਾਹਿਬ ਦੇ ਸਾਹਮਣੇ 5 ਪੈਸੇ ਨਰੇਲ ਰੱਖ ਕੇ ਪਰਿਕਰਮਾ ਕੀਤੀ, ਇਹ ਰੀਤ ਚਲਦੀ ਆ ਰਹੀ ਸੀ। ਪਰ ਜਦੋਂ ਤਿਆਗਮਲ ਜੀ ਨੇ ਗੁਰਤਾ ਗੱਦੀ ਤੇ ਬਹਿਣਾ ਤੇ ਉਸ ਵੇਲੇ ਇਹ ਰੀਤ ਹੋਣੀ ਨਹੀਂ, ਤੇ ਅਸੀਂ ਪਹਿਲਾਂ ਹੀ ਇਸ ਰੀਤ ਨੂੰ ਕਰ ਰਹੇ ਹਾਂ। ਹਾਲਾਂਕਿ ਜਦੋਂ ਹਰਕ੍ਰਿਸ਼ਨ ਪਾਤਸ਼ਾਹ ਦਿੱਲੀ 'ਚ ਜੋਤੀ ਜੋਤ ਸਮਾਏ ਤੇ ਉਸ ਵੇਲੇ ਸਾਰੀ ਇਹ ਫਿਰ 5 ਪੈਸੇ ਨਰੇਲ ਔਰ ਜੋ ਵੀ ਸਮਾਨ ਲੈ ਕੇ ਗੁਰਤਾ ਗੱਦੀ ਦਾ ਭਾਈ ਮੱਖਣ ਸ਼ਾਹ ਲੁਬਾਣਾ ਉਸ ਧਰਤੀ ਤੇ ਗਏ ਬਾਬੇ ਬਕਾਲੇ ਦੀ। ਚਲੋ ਇਹ ਅੱਗੇ ਜਾ ਕੇ ਜ਼ਿਕਰ ਕਰਾਂਗੇ। ਇੱਕ ਵੱਡਾ ਕਾਰਨ ਮਹਾਰਾਜ ਕਹਿੰਦੇ ਨੇ ਇਹ ਵੇ ਕਿ ਉਸ ਵੇਲੇ ਗੁਰੂ ਪ੍ਰੈਜੈਂਟ ਨਹੀਂ ਹੋਏਗਾ। ਦੂਜਾ ਵੱਡਾ ਕਾਰਨ ਇਹ ਵੇ, ਇਸ ਤਿਆਗਮਲ ਦੇ ਘਰ
ऐसा सूरवीर पैदा होएगा, तेज प्रचंड धरंड खलखंड, इसके ग्रह सुत बलवंड। ਇਹਦੇ ਘਰ ਇੱਕ ਐਸਾ ਪ੍ਰਬਲ ਸੂਰਵੀਰ ਯੋਧਾ ਪੈਦਾ ਹੋਏਗਾ ਜੋ ਦੁਸ਼ਮਣਾਂ ਦੇ ਸਿਰ ਭੰਨੇਗਾ, ਭਾਵ ਕਿ ਮੁਗਲਾਂ ਦੀ ਜੜ ਨੂੰ ਪੱਟ ਦੇਗਾ। ਇਹ ਦੋ ਵੱਡੇ ਕਾਰਨ ਨੇ ਅਸੀਂ ਤਾਂ ਨਮਸਕਾਰ ਕੀਤੀ ਹੈ। ਤੋ ਮਹਾਰਾਜ ਇਸ ਧਰਤੀ ਤੇ ਗੁਰੂ ਕੇ ਮਹਿਲ ਮਹਾਰਾਜ ਜੀ ਦਾ ਪ੍ਰਕਾਸ਼ ਹੋਇਆ। ਸਾਰੀਆਂ ਸੰਗਤਾਂ ਨੇ ਮਹਾਰਾਜ ਨੂੰ ਵਧਾਈਆਂ ਦਿੱਤੀਆਂ ਕਿ ਉਹ ਧਰਤੀ ਵੀ ਦੇਖੋ, ਸਾਤ ਧਰਤੀ ਭਈ ਹਰਿਆਵਲੀ, ਜਿੱਥੇ ਮੇਰਾ ਸਤਿਗੁਰ ਬੈਠਾ ਆਏ। ਤੋ ਸਾਧ ਸੰਗਤ, ਜੀਵਨ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ 1621 ਅਪ੍ਰੈਲ ਤੋਂ ਆਰੰਭ ਹੁੰਦਾ ਹੈ। ਕਰੀਬ 23 ਸਾਲ ਕਿੰਨੇ ਹੋ ਗਏ? 1644 ਸਨ ਯਾਦ ਰੱਖਣਾ ਨਾਲ ਦੇ ਨਾਲ। ਸਨ 1644 23 ਸਾਲ ਹਰਗੋਬਿੰਦ ਪਾਤਸ਼ਾਹ ਦੇ ਨਾਲ ਮਹਾਰਾਜ ਨੇ ਬਹੁਤ ਪਿਆਰ ਪ੍ਰਾਪਤ ਕੀਤਾ। ਹਰਿਮੰਦਰ ਸਾਹਿਬ ਵੀ ਜਦ ਮਹਾਰਾਜ ਅੰਮ੍ਰਿਤ ਵੇਲੇ ਦਰਸ਼ਨ ਕਰਨ ਜਾਂਦੇ, ਨਾਲ ਹੀ ਗੁਰੂ ਤਿਆਗਮਲ ਜੀ ਨਾਲ ਹੀ ਜਾਂਦੇ, ਅੰਦਰ ਬਾਣੀ ਸੁਣਦੇ। ਜਿਉਂ-ਜਿਉਂ ਬਾਣੀ ਸੁਣਦੇ ਰੂਹਾਨੀਅਤ ਦਾ ਗਿਆਨ ਪ੍ਰਾਪਤ ਹੁੰਦਾ, ਔਰ ਬਾਹਰ ਆਉਂਦੇ ਤੇ ਜਿੱਥੇ ਅਕਾਲ ਤਖਤ ਮਹਾਰਾਜ ਨੇ ਸਿਰਜਣਾ ਕੀਤੀ ਹੈ, ਕਿਉਂਕਿ 1606 ਵਿੱਚ ਅਕਾਲ ਤਖਤ ਦੀ ਸਿਰਜਣਾ ਹਰਗੋਬਿੰਦ ਪਾਤਸ਼ਾਹ ਨੇ ਕੀਤੀ ਸੀ। ਬਾਹਰ ਆ ਕੇ ਢਾਡੀ ਵਾਰਾਂ, ਉਹ ਯੋਧਿਆਂ ਦੀ ਵਾਰਾਂ ਸੁਣਦੇ ਤੇ ਬਾਹਰ ਵੀਰ ਰਸ ਵੀ ਆਉਂਦਾ। ਜਿੱਥੇ ਰੂਹਾਨੀਅਤ ਦਾ ਗਿਆਨ, ਅੰਮ੍ਰਿਤ ਦਾ ਸੋਮਾ ਅੰਦਰੋਂ ਪ੍ਰਾਪਤ ਹੁੰਦਾ, ਬਾਹਰ ਵੀਰ ਰਸ ਵੀ ਉਹ ਪ੍ਰਾਪਤ ਕਰਦੇ, ਭਾਵ ਕਿ ਗੁਰੂ ਸਾਹਿਬ ਆਪਣੇ ਬੱਚੇ ਤਿਆਗਮਲ ਨੂੰ ਇਹ ਸਿੱਖਿਆ ਵੀ ਦੇ ਰਹੇ ਸਨ। ਪਰ ਜਿਹੜੀ ਗੁਰਬਾਣੀ ਦੀ ਸਿੱਖਿਆ ਹੈ ਭਾਈ ਗੁਰਦਾਸ ਜੀ ਨੇ ਦਿੱਤੀ ਹੈ। ਸ਼ਸਤਰ ਵਿਦਿਆ ਜਿਹੜੀ ਸਾਰੀ ਹੈ ਗੁਰੂ ਤੇਗ ਬਹਾਦਰ ਬਾਬਾ ਜੀ ਨੂੰ, ਉਹ ਬਾਬਾ ਬੁੱਢਾ ਜੀ ਨੇ ਦਿੱਤੀ ਹੈ। ਆਮ ਤੌਰ ਤੇ ਤੁਸੀਂ ਦੇਖੋ ਗੁਰੂ ਸਾਹਿਬਾਨਾਂ ਵਿੱਚ ਗੁਰੂ ਤੇਗ ਬਹਾਦਰ ਬਾਬਾ ਜੀ ਸਭ ਤੋਂ ਸ਼ਾਂਤ, ਔਰ ਕਹਿੰਦੇ ਨੇ ਬਹੁਤ ਘੱਟ ਕਦੀ ਹੱਸਦੇ ਸਨ। ਬਹੁਤ ਹੀ ਇੱਕ ਕੋਈ ਚੰਚਲਤਾ ਹੀ ਨਹੀਂ ਸੀ, ਬਿਲਕੁਲ ਸਹਿਜ ਸੁਭਾਅ ਵਿੱਚ ਰਹਿਣਾ, ਕੋਈ ਖਾਸ ਜ਼ਿਆਦਾ ਬੋਲਣਾ ਨਹੀਂ। ਤੇ ਮੈਂ ਇਤਿਹਾਸ ਪੜ੍ਹ ਰਿਹਾ ਸੀ ਕਿ ਜਦ ਉਹ ਛੋਟੀ ਉਮਰ ਦੇ ਸਨ ਤਿਆਗਮਲ ਜੀ, ਉਹਨਾਂ ਦੇ ਸਾਹਮਣੇ ਬਹੁਤ ਹੀ ਮੌਤਾਂ ਹੋਈਆਂ ਘਰਾਂ ਦੇ ਵਿੱਚ, ਜਿਨ੍ਹਾਂ ਦੇ ਵਿੱਚ ਬਚਪਨ ਵਿੱਚ ਹੀ ਉਹਨਾਂ ਨੇ ਮਾਤਾ ਗੰਗਾ ਜੀ, ਜੋ ਉਹਨਾਂ ਦੀ ਦਾਦੀ ਜੀ ਸਨ, ਗੁਰੂ ਅਰਜਨ ਦੇਵ ਜੀ ਦੇ ਮਹਿਲ, ਉਹਨਾਂ ਦੀ ਕਿਉਂਕਿ ਮੌਤਾਂ ਬਹੁਤ ਵੇਖੀਆਂ। ਸ਼੍ਰੀ ਚੰਦ ਜੀ ਜਿਹੜੇ ਗੁਰੂ ਨਾਨਕ ਪਾਤਸ਼ਾਹ ਦੇ ਸਾਹਿਬਜ਼ਾਦੇ ਵੱਡੇ, ਉਹਨਾਂ ਦੀ ਵੀ ਕਿਉਂਕਿ ਬਹੁਤ ਜਪੀ ਤਪੀ ਸਨ। ਭਾਈ ਗੁਰਦਾਸ ਜੀ ਦੀ ਵੀ, ਬਾਬਾ ਬੁੱਢਾ ਜੀ ਵੀ, ਆਪਣੇ ਵੱਡੇ ਭਰਾ ਅਟਲ ਰਾਏ ਜੀ, ਭਾਈ ਗੁਰਦਿੱਤਾ ਜੀ, ਦਾਮੋਦਰੀ ਜੀ, ਤੇ ਹੋਰ ਕਈ, ਜਿਸ ਤਰ੍ਹਾਂ ਹਰਗੋਬਿੰਦ ਪਾਤਸ਼ਾਹ ਦੀ ਸਾਲੀ ਸਾਂਢੂ ਸਾਈਂ ਦਾਸ, ਇਹਨਾਂ ਸਾਰਿਆਂ ਦੀ ਮੌਤਾਂ ਉਹ ਦਿਨਾਂ ਵਿੱਚ ਇਹਨਾਂ ਨੇ ਦੇਖੀਆਂ। ਤੇ ਜਦੋਂ ਕੋਈ ਵੀ ਘਰ ਦੇ ਵਿੱਚ ਇਤਨੀਆਂ ਮੌਤਾਂ ਦੇਖਦਾ ਹੈ, ਸੁਭਾਵਕ ਹੈ ਉਹਦੇ ਸੁਭਾਅ ਵਿੱਚ ਫਰਕ ਆਉਂਦਾ ਹੈ। ਕਈ ਵਾਰੀ ਕਹਿਣ ਵਾਲੀ ਗੱਲ ਨਹੀਂ ਹੁੰਦੀ, ਘਰ ਵਿੱਚ 4-5 ਮੌਤਾਂ ਹੋ ਜਾਣ ਨਾ ਉੱਤੇ ਥੱਲੇ, ਤੇ ਬੰਦਾ ਥੋੜ੍ਹਾ ਜਿਹਾ ਮਨ ਕਰਕੇ ਠਹਿਰਾਅ ਵਿੱਚ ਆ ਜਾਂਦਾ ਹੈ। ਤੋ ਗੁਰੂ ਸਾਹਿਬ, ਮੈਂ ਦੱਸ ਰਿਹਾ ਸੀ ਕਿ 1621 ਤੋਂ 44 23 ਸਾਲ ਹਰਗੋਬਿੰਦ ਪਾਤਸ਼ਾਹ ਦੇ ਨਾਲ ਰਹੇ, ਤੇ ਸਾਰੀ ਉਹਨਾਂ ਕੋਲੋਂ, ਉਹਨਾਂ ਦੇ ਜੀਵਨ ਵਿੱਚੋਂ ਉਹਨਾਂ ਦੀਆਂ ਬਖਸ਼ਿਸ਼ਾਂ ਪ੍ਰਾਪਤ ਕੀਤੀਆਂ। ਅੱਜ 1644 ਦੇ ਅੰਦਰ ਜਦੋਂ ਹਰਗੋਬਿੰਦ ਪਾਤਸ਼ਾਹ ਨੇ ਗੁਰਤਾ ਗੱਦੀ ਆਪਣੇ ਪੋਤਰੇ ਗੁਰੂ ਹਰ ਰਾਏ ਸਾਹਿਬ, ਜੋ ਬਾਬਾ ਗੁਰਦਿੱਤਾ ਜੀ ਦੇ ਵੱਡੇ ਪੁੱਤਰ ਹਰ ਰਾਏ ਸਾਹਿਬ ਜੀ, ਉਹਨਾਂ ਨੂੰ ਜਦ ਗੁਰਤਾ ਗੱਦੀ ਦਿੱਤੀ, ਕਿਉਂਕਿ ਇਹ 9 ਸਾਲ ਛੋਟੇ ਸਨ ਗੁਰੂ ਤੇਗ ਬਹਾਦਰ ਸਾਹਿਬ ਤੋਂ, ਉਹਨਾਂ ਦੇ ਭਤੀਜੇ ਸਨ। ਭਾਈ ਗੁਰਦਿੱਤਾ ਜੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਵੱਡੇ ਭਰਾਤਾ ਸਨ, ਤੇ ਵੱਡੇ ਭਰਾਤਾ ਉਹਨਾਂ ਦੇ ਪੁੱਤਰ
ਹਰ ਰਾਏ ਸਾਹਿਬ ਜੀ, ਤੇ ਉਹ ਉਹਨਾਂ ਤੋਂ ਭਤੀਜੇ ਸਨ, ਛੋਟੇ ਸਨ 9 ਸਾਲ, ਕਿਉਂਕਿ ਉਮਰ ਛੋਟੀ ਦੇ ਵਿੱਚ ਹੀ 23 ਸਾਲ ਦੀ ਉਮਰ ਸੀ। ਤੇ ਜਦੋਂ 12 ਸਾਲ ਦੇ ਸਨ, ਕਰਤਾਰਪੁਰ ਦੀ ਜੰਗ ਹੋਈ 1635 ਵਿੱਚ, 21 ਤੇ 14 ਸਾਲ ਦੇ, ਜਦੋਂ ਆਨੰਦ ਕਾਰਜ ਵੀ ਹੋਇਆ ਪਿਆ ਸੀ ਮਾਤਾ ਗੁਜਰ ਕੌਰ ਨਾਲ। ਤੇ ਉਸ ਜੰਗ ਦੇ ਵਿੱਚ ਤਿਆਗਮੱਲ ਜੀ ਨੇ ਉਸ ਜੰਗ ਵਿੱਚ ਅਸੀਂ ਜਿੱਤ ਪਾਈ। ਤੇ ਜਦੋਂ ਵੀ ਕੋਈ ਜੰਗ ਦੇ ਵਿੱਚ ਜਿੱਤ ਪਾਉਂਦਾ ਹੈ ਤੇ ਉਸ ਵੇਲੇ ਕੀ ਹੁੰਦਾ ਹੈ, ਜੰਗ ਤੋਂ ਬਾਅਦ ਫਿਰ ਉਹਨੂੰ ਮਾਣ ਦਿੱਤਾ ਜਾਂਦਾ ਹੈ, ਜਿਹਦੇ ਕਾਰਨ ਇਹ ਜੰਗ ਨੂੰ ਜਿੱਤਿਆ ਜਾਂਦਾ ਹੈ। ਜਦੋਂ ਜੰਗ ਸਮਾਪਤ ਹੋਈ, ਜਿੱਤ ਪ੍ਰਾਪਤ ਹੋਈ, ਸਾਰੀ ਸੰਗਤਾਂ ਦੇ ਸਾਹਮਣੇ ਮਹਾਰਾਜ ਨੇ, ਦੇਖੋ ਹਰਗੋਬਿੰਦ ਪਾਤਸ਼ਾਹ ਨੇ ਆਪਣੇ ਲਾਡਲੇ ਸਭ ਤੋਂ ਛੋਟੇ ਸਪੁੱਤਰ ਭਾਈ ਤਿਆਗਮੱਲ ਜੀ ਨੂੰ ਕੋਲ ਬੁਲਾਇਆ ਤੇ ਮਾਣ ਦਿੱਤਾ ਕਿ ਤੁਹਾਡੇ ਇਸ ਜੰਗ ਦੇ ਅੰਦਰ ਤੁਹਾਡੀ ਦੇਗ ਨੇ ਉਹ ਕਾਰਨਾਮੇ ਦਿਖਾਏ ਕਿ ਦੁਸ਼ਮਣਾਂ ਨੂੰ ਭਾਜਣਾ ਪੈ ਗਈਆਂ ਤੇ ਇੱਥੋਂ ਜਿੱਤ ਪ੍ਰਾਪਤ ਹੋਈ। ਮਹਾਰਾਜ ਨੇ ਉਸ ਦਿਨ ਤੋਂ ਬਾਅਦ ਤਿਆਗਮੱਲ ਨਾਮ ਆਪ ਹੀ ਰੱਖਿਆ ਸੀ, ਪਰ ਅੱਜ ਤੋਂ ਬਾਅਦ ਫਿਰ ਤੇਗ ਬਹਾਦਰ ਰੱਖ ਦਿੱਤਾ ਕਿ ਤੁਸੀਂ ਤੇਗ ਚਲਾਉਣ ਵਿੱਚ ਧਨੀ ਹੋ, ਕਿਉਂਕਿ ਜਿੱਥੇ ਗੁਰੂ ਸਾਹਿਬ ਨਾਮ ਵੀ ਜਪਦੇ ਸਨ ਉੱਥੇ ਸ਼ਸਤਰ ਵਿਦਿਆ ਵਿੱਚ ਵੀ ਮਾਹਿਰ ਸਨ। ਤੋ ਜਦੋਂ ਮਹਾਰਾਜ ਨੇ ਹਰ ਰਾਏ ਸਾਹਿਬ ਜੀ ਨੂੰ ਗੁਰਤਾ ਗੱਦੀ ਦਿੱਤੀ ਤੇ ਗੁਰੂ ਤੇਗ ਬਹਾਦਰ ਬਾਬਾ ਜੀ ਤੇਗ ਬਹਾਦਰ ਦੇ ਰੂਪ ਵਿੱਚ ਬੇਨਤੀ ਕੀਤੀ ਹਰਗੋਬਿੰਦ ਪਾਤਸ਼ਾਹ ਆਪਣੇ ਪਿਤਾ ਨੂੰ, ਮਹਾਰਾਜ ਸਾਡੇ ਵਾਸਤੇ ਕੀ ਹੁਕਮ ਹੈ? ਤੋ ਮਹਾਰਾਜ ਨੇ ਕਿਹਾ, ਜਾਓ ਤੁਸੀਂ ਬਕਾਲੇ ਦੀ ਧਰਤੀ ਤੇ, ਜਿਹਨੂੰ ਬਾਬਾ ਬਕਾਲਾ ਕਹਿੰਦੇ ਨੇ, ਉੱਥੇ ਜਾ ਕੇ ਗੁਰਸਿੱਖੀ ਦਾ ਪ੍ਰਚਾਰ ਕਰੋ, ਭਗਤੀ ਕਰੋ, ਕਿਉਂਕਿ ਗੁਰੂ ਮਹਾਰਾਜ ਜਾਣਦੇ ਸਨ ਜਿੱਥੇ ਜਿੱਥੇ ਵੀ ਵਾਸਾ ਸੀ ਗੁਰੂਆਂ ਦਾ, ਉਸ ਤੋਂ ਬਾਅਦ ਉੱਥੇ ਉਹ ਧਰਤੀ ਫਿਰ ਉਹਨਾਂ ਦੇ ਪੁੱਤਰਾਂ ਦੇ ਹੱਥ 'ਚ ਆ ਗਈ ਤੇ ਜੋ ਗੁਰੂ ਨਾਨਕ ਦੇ ਘਰ ਦਾ ਪ੍ਰਚਾਰ ਨਹੀਂ ਹੋ ਪਾਇਆ। ਜਿਸ ਤਰ੍ਹਾਂ ਕਰਤਾਰਪੁਰ ਮਹਾਰਾਜ ਗੁਰੂ ਨਾਨਕ ਪਾਤਸ਼ਾਹ ਜੋਤੀ ਜੋਤ ਸਮਾਏ ਤੇ ਸ਼੍ਰੀ ਚੰਦ ਤੇ ਲక్ష్ਮੀ ਦਾਸ ਨੇ ਉਸ ਸਥਾਨ ਤੇ ਗੁਰਸਿੱਖੀ ਦਾ ਜ਼ਿਆਦਾ ਪ੍ਰਚਾਰ ਹੀ ਨਹੀਂ ਕੀਤਾ। ਖਡੂਰ ਸਾਹਿਬ ਜਦੋਂ ਮਹਾਰਾਜ ਜੋਤੀ ਜੋਤ ਸਮਾਏ, ਦਾਤੂ ਜੀ ਨੇ ਵੀ ਪ੍ਰਚਾਰ ਨਹੀਂ ਕੀਤਾ ਤੇ ਮਹਾਰਾਜ ਨੇ ਅਮਰਦਾਸ ਜੀ ਨੂੰ ਗੋਇੰਦਵਾਲ ਸਾਹਿਬ ਭੇਜ ਦਿੱਤਾ। ਤੇ ਗੋਇੰਦਵਾਲ ਸਾਹਿਬ ਵੀ ਜਦੋਂ ਮਹਾਰਾਜ ਜੋਤੀ ਜੋਤ ਸਮਾਏ ਤੇ ਉਸ ਵੇਲੇ ਫਿਰ ਮਹਾਰਾਜ ਨੇ ਗੁਰੂ ਰਾਮਦਾਸ ਜੀ ਨੂੰ ਉੱਥੇ ਅੰਮ੍ਰਿਤਸਰ ਦੀ ਧਰਤੀ ਤੇ ਭੇਜ ਦਿੱਤਾ। ਤੇ ਪਿੱਛੋਂ ਮੋਹਨ ਮੋਰੀ ਜੀ ਨੇ ਵੀ ਨੇ ਗੁਰੂ ਨਾਨਕ ਦੇ ਘਰ ਦੀ ਸਿੱਖੀ ਦਾ ਪ੍ਰਚਾਰ ਨਹੀਂ ਕੀਤਾ, ਭਾਵੇਂ ਬਾਅਦ ਵਿੱਚ ਹੋਇਆ। ਗੁਰੂ ਹਰਗੋਬਿੰਦ ਪਾਤਸ਼ਾਹ ਸਮਝਦੇ ਸਨ ਕਿ ਜਿਸ ਟਾਈਮ ਅੰਮ੍ਰਿਤਸਰ ਦੀ ਧਰਤੀ ਤੇ ਜਦੋਂ ਗੁਰੂ ਅਰਜਨ ਦੇਵ ਮਹਾਰਾਜ ਜੋਤੀ ਜੋਤ ਸਮਾਉਣ ਵਾਸਤੇ ਗਏ, ਸ਼ਹੀਦੀ ਪਾਉਣ ਵਾਸਤੇ, ਤੇ ਪਿੱਛੋਂ ਫਿਰ ਉਹ ਸਮਾਂ ਵੀ ਆ ਗਿਆ ਜਦੋਂ ਮਿਹਰਵਾਨ ਤੇ ਉਹਦੇ ਪੁੱਤਰ ਹਰਜੀ ਨੇ ਕਬਜ਼ਾ ਕਰਕੇ ਗੁਰੂ ਨਾਨਕ ਦੇ ਘਰ ਦਾ ਪ੍ਰਚਾਰ ਨਹੀਂ ਕੀਤਾ। ਇਸ ਕਰਕੇ ਗੁਰੂ ਹਰਗੋਬਿੰਦ ਪਾਤਸ਼ਾਹ ਨੇ ਬਾਬੇ ਬਕਾਲੇ ਦੀ ਧਰਤੀ ਤੇ ਭੇਜਿਆ। ਗੁਰੂ ਤੇਗ ਬਹਾਦਰ ਬਾਬਾ ਜੀ ਨੂੰ ਹਲੇ ਗੁਰੂ ਨਹੀਂ ਬਣੇ ਸਨ ਤੇ 1644 ਵਿੱਚ ਤੇ 20 ਸਾਲ ਬਾਬਾ ਬਕਾਲੇ ਦੀ ਧਰਤੀ ਤੇ ਰਹੇ ਨੇ। ਕਈ ਵਾਰੀ ਕਈ ਇਤਿਹਾਸਕਾਰ ਲਿਖ ਦਿੰਦੇ ਨੇ 26 ਸਾਲ ਭੋਰੇ ਵਿੱਚ ਰਹੇ। ਸਾਧ ਸੰਗਤ 20 ਸਾਲ ਤੇ ਖਾਲੀ ਬਕਾਲੇ ਹੀ ਰਹੇ ਨੇ, ਤੇ ਕੋਈ ਭੋਰੇ ਵਾਲੀ ਗੱਲ ਨਹੀਂ ਹੈ। ਗੁਰੂ ਤੇ ਸਦਾ ਹੀ ਭੋਰੇ ਵਿੱਚ ਹੀ ਹੈ। ਗੁਰੂ ਤੇ ਭੋਰਾ ਤੇ ਉਹ ਲੱਭਦੇ ਨੇ ਜਿਹੜਾ ਇਕਾਂਤ, ਪਰ ਗੁਰੂ ਤੇ ਸਭ ਦੇ ਵਿੱਚ ਰਹਿੰਦੇ ਹੋਏ ਵੀ ਭੋਰੇ ਵਿੱਚ ਹੀ ਨੇ। ਉਹ ਤੇ ਚਾਰ ਪਦਾਰਥ ਕਮਲ ਪ੍ਰਗਾਸ ਸਭ ਕੇ ਮਦ ਸਗਲ ਤੇ ਉਦਾਸ, ਤੇ ਜੇ ਭੋਰੇ ਵਿੱਚ ਵੀ ਨਹੀਂ ਤਾਂ ਪਰਮਾਤਮਾ ਦੇ ਨਾਲ ਹੀ ਇੱਕ ਮੀਕੀ ਨੇ। ਤੇ ਸਾਧ ਸੰਗਤ ਉਸ ਵੇਲੇ 20 ਸਾਲ ਸਾਧ ਸੰਗਤ ਜਿਹਦੇ ਵਿੱਚ ਪੌਣੇ 17.5 ਸਾਲ ਹਰ ਰਾਏ ਸਾਹਿਬ ਜੀ ਗੁਰਤਾ ਗੱਦੀ ਤੇ ਬੈਠੇ ਨੇ, ਪੌਣੇ 3 ਸਾਲ ਗੁਰੂ ਹਰਕ੍ਰਿਸ਼ਨ ਪਾਤਸ਼ਾਹ ਜੀ ਗੱਦੀ ਤੇ ਬੈਠੇ ਹਨ। ਤੇ ਸਾਧ ਸੰਗਤ ਜਦ ਹਰ ਰਾਏ ਸਾਹਿਬ ਜੀ ਦਿੱਲੀ ਆਏ ਤੇ ਦਿੱਲੀ ਵਿੱਚ ਆਪ ਜੀ ਨੂੰ ਪਤਾ ਹੋਣਾ ਹੈ ਚੇਚਕ ਦਾ ਰੋਗ ਬਹੁਤ ਫੈਲਿਆ ਹੋਇਆ ਸੀ। ਸੰਗਤਾਂ ਤਰਾਹੇ ਤਰਾਹੇ ਕਰ ਰਹੀਆਂ ਸਨ, ਇਸ ਰੋਗ ਤੇ ਕਾਬੂ ਨਹੀਂ ਪੈ ਰਿਹਾ ਸੀ।
ਗੁਰੂ ਹਰਕ੍ਰਿਸ਼ਨ ਪਾਤਸ਼ਾਹ ਨੇ ਆਪ ਇਸ ਰੋਗ ਨੂੰ ਆਪਣੇ ਤੇ ਲੈ ਕੇ ਤੇ ਇਸ ਰੋਗ ਨੂੰ ਨਿਵਰਤ, ਜਿਹੜੇ ਰੋਗੀ ਸਨ ਉਹਨਾਂ ਨੂੰ ਨਿਵਰਤ ਕੀਤਾ। ਅੱਜ ਵੀ ਤੁਸੀਂ ਉਸ ਬਾਬਾ ਗੁਰੂ ਹਰਕ੍ਰਿਸ਼ਨ ਪਾਤਸ਼ਾਹ ਜੀ ਦੇ ਦਰ ਬੰਗਲਾ ਸਾਹਿਬ ਵਿਖੇ ਜਾਂਦੇ ਹੋ, ਜਿੱਥੇ ਜਲ ਹੈ, ਉਸ ਵੇਲੇ ਮਹਾਰਾਜ ਇਹ ਜਲ ਦੇ ਕੇ ਉਹਨਾਂ ਕੋੜੀਆਂ ਨੂੰ, ਉਹਨਾਂ ਰੋਗੀਆਂ ਨੂੰ ਜਿਹੜੇ ਰੋਗ ਤੋਂ ਪੀੜਤ ਸਨ, ਉੱਥੇ ਅੰਮ੍ਰਿਤ ਜਲ ਦੇ ਕੇ ਗੁਰੂ ਹਰਕ੍ਰਿਸ਼ਨ ਪਾਤਸ਼ਾਹ ਦੇ ਦਰ ਤੋਂ ਇਹ ਰੋਗ ਠੀਕ ਕਰਦੇ ਸਨ। ਬਿਮਾਰੀ ਜ਼ਿਆਦਾ ਸੀ, ਮਹਾਰਾਜ ਦੇ ਆਪਣੇ ਸਰੀਰ ਨੂੰ ਲੱਗ ਗਈ, ਤਾਂ ਜਿਸ ਕਰਕੇ ਮਹਾਰਾਜ ਇਸ ਧਰਤੀ 'ਤੇ, ਦਿੱਲੀ ਦੀ ਧਰਤੀ 'ਤੇ ਜੋਤੀ ਜੋਤ ਸਮਾ ਗਏ। ਪਰ ਜੋਤ ਸਮਾਉਣ ਤੋਂ ਪਹਿਲਾਂ, ਜੋਤੀ ਜੋਤ ਸਮਾਉਣ ਤੋਂ ਪਹਿਲਾਂ ਬਾਬਾ ਜੀ ਇੱਕ ਬਚਨ ਕਰ ਗਏ, ਬਾਬਾ ਬਸੈ ਜੇ ਗ੍ਰਾਮ ਬਕਾਲੇ, ਵਨ ਗੁਰ ਸੰਗਤ ਸਕਲ ਸਮਾਲੇ। ਤਾਂ ਮਹਾਰਾਜ ਨੇ ਇਹ ਬਚਨ ਕਰਕੇ ਜੋਤੀ ਜੋਤ ਸਮਾ ਗਏ। ਇਹ ਮਾਰਚ ਦਾ ਮਹੀਨਾ ਸੀ ਉਸ ਵੇਲੇ, ਜੋ ਕਿ 1664 ਦੀ ਮਾਰਚ। ਤਾਂ ਗੁਰੂ ਉਸ ਵੇਲੇ ਕੋਈ ਵੀ ਨਹੀਂ ਸੀ। ਇੱਕ ਬਚਨ ਸੀ ਕਿ ਗੁਰੂ ਬਾਬੇ ਬਕਾਲੇ ਹੈ। ਇੱਕ ਬੜਾ ਵੱਡਾ ਸੂਰਤ ਦਾ ਵਪਾਰੀ ਜੋ ਗੁਰੂ ਨਾਨਕ ਦੇ ਘਰ ਤੋਂ, ਗੁਰੂ ਨਾਨਕ ਪਾਤਸ਼ਾਹ ਦੇ ਸਮੇਂ ਤੋਂ ਅਕੀਦਾ ਰੱਖਦਾ ਸੀ, ਪਿਆਰ ਸੀ, ਭੇਟਾ ਦਿੰਦਾ ਸੀ, ਦਸਵੰਤ ਦਿੰਦਾ ਸੀ, ਅੱਜ ਉਹ ਸਮੁੰਦਰੀ ਜਹਾਜ਼ ਵਿੱਚ ਆਪਣੇ ਪਰਿਵਾਰ ਦੇ ਨਾਲ ਤੇ ਆਪਣੇ ਸਾਰੇ ਕਾਰੋਬਾਰੀ ਬੰਦੇ ਵੀ ਸਨ, ਉਹਦੇ ਨਾਲ 400-500 ਬੰਦੇ ਵੀ ਹੁੰਦੇ ਸਨ। ਬੜਾ ਸ਼ਾਹੂਕਾਰ ਸੀ ਮੱਖਣ ਸ਼ਾਹ ਲੁਬਾਣਾ। ਤੇ ਉਹਦਾ ਬੇੜਾ ਸਾਧ ਸੰਗਤ ਸਮੁੰਦਰ ਦੇ ਵਿੱਚ ਡੁੱਬਦਾ ਨਜ਼ਰ ਆ ਰਿਹਾ ਸੀ। ਉਸ ਵੇਲੇ ਸਾਧ ਸੰਗਤ ਦੇਖੋ, ਕਈ ਗੱਲਾਂ ਅਸੀਂ ਕਲੀਅਰ ਕਰ ਦਈਏ। ਅਸੀਂ ਕਹਿ ਦਿੰਦੇ ਹਾਂ ਕਿ ਮਹਾਰਾਜ ਨੇ ਮੋਢਾ ਦੇ ਦਿੱਤਾ ਆਪਣਾ। ਉਸ ਵੇਲੇ ਤੇ ਮਹਾਰਾਜ ਗੁਰਤਾ ਗੱਦੀ 'ਤੇ ਹੀ ਨਹੀਂ ਸੀ, ਉਸ ਵੇਲੇ ਤੇ ਹਰਕ੍ਰਿਸ਼ਨ ਪਾਤਸ਼ਾਹ ਸੀ। ਤੇ ਜਦੋਂ ਬੇੜਾ ਡੁੱਬ ਰਿਹਾ ਸੀ, ਕੋਈ ਚਾਂਸ ਨਹੀਂ ਸੀ, ਤਾਂ ਫਿਰ ਕੀ ਬੰਦਾ ਕਰਦਾ ਜਦ ਕੋਈ ਕੁਛ ਨਾ ਹੋਵੇ? ਉਸ ਵੇਲੇ ਫਿਰ ਗੁਰੂ ਸਾਹਿਬ ਦੇ ਅੱਗੇ ਇੱਕ ਅਰਦਾਸ ਬਣਦੀ ਹੈ। ਸਿੱਖ ਕਦੀ ਵੀ ਜਦੋਂ ਸਾਰੇ ਬੰਨੇ ਹਾਰ ਜਾਂਦਾ ਨਾ, ਫਿਰ ਸਿੱਖ ਕੋਲ ਇੱਕ ਉਹ ਮਹਾਨ ਖਜ਼ਾਨਾ ਹੈ ਜਿਹੜਾ ਸਿੱਖ ਗੁਰੂ ਦੇ ਚਰਨਾਂ ਦੇ ਵਿੱਚ ਰੱਖਦਾ ਹੈ। ਉਹ ਵੇ ਸਾਧ ਸੰਗਤ ਗੁਰੂ ਦੇ ਅੱਗੇ ਅਰਦਾਸ, ਬਿਰਥੀ ਕਦੇ ਨਾ ਹੋਵਈ ਜਨ ਕੀ ਅਰਦਾਸ। ਜਦੋਂ ਸਾਰੇ ਹੱਥ ਬੰਨੇ ਕੁਛ ਵੀ ਨਾ ਰਹਿੰਦਾ ਹੈ ਨਾ, ਜਦ ਵੇਖ ਲੈਂਦਾ ਕਿ ਹੁਣ ਮੈਂ ਹਾਰ ਗਿਆ ਹਾਂ, ਜਿਸ ਤਰ੍ਹਾਂ ਦੋਪਦੀ ਸਾਰੇ ਬੰਨੇ ਹਾਰ ਗਈ, ਤੇ ਫਿਰ ਇੱਕ ਕੀ ਕੀਤੀ ਸੀ? ਅਰਦਾਸ ਕੀਤੀ ਸੀ ਉਸ ਵਾਹਿਗੁਰੂ ਪਰਮਾਤਮਾ ਦੇ ਅੱਗੇ। ਫਿਰ ਉਹਨੇ ਅਰਦਾਸ ਕੀਤੀ, ਹੈ ਗੁਰੂ ਨਾਨਕ ਪਾਤਸ਼ਾਹ, ਮੇਰੇ ਇਸ ਪਰਿਵਾਰ ਨੂੰ, ਮੇਰੇ ਸਾਰੇ ਜਿੰਨੇ ਨਾਲ ਸ਼ਰੀਰ ਹਨ, ਜਿਸ ਬੇੜੇ ਨੂੰ ਤੁਸੀਂ ਪਾਰ ਲੰਘਾ ਦੋਗੇ ਤੇ ਮੈਂ ਤੁਹਾਨੂੰ 500 ਮੋਹਰਾਂ ਤੁਹਾਨੂੰ ਭੇਟਾ ਕਰਾਂਗਾ। ਇਹ ਗੁਰੂ ਦੇ ਨਾਲ ਇੱਕ ਵਾਅਦਾ ਕੀਤਾ। ਹਾਲਾਂਕਿ ਗੁਰੂ ਕੋਈ ਸੌਦੇ ਦਾ ਮੁਹਤਾਜ ਨਹੀਂ ਹੈ, ਪਰ ਇੱਕ ਸਿੱਖ ਦੀ ਭਾਵਨਾ ਸੀ ਕਿ ਮਹਾਰਾਜ ਜੇ ਮੇਰੇ ਇਸ ਬੇੜੇ ਨੂੰ ਤੁਸੀਂ ਪਾਰ ਲੰਘਾ ਦਿਓ, ਇਸ ਬੇੜੇ ਕੋ ਪਾਰ ਲੰਘਾਵੇ, ਜਾਂ ਤਿਸ ਭਾਵੇ ਤਾਂ ਹੁਕਮ ਮਨਾਵੇ, ਇਸ ਬੇੜੇ ਕੋ ਪਾਰ ਲੰਘਾਵੇ। ਦੀਨ ਦਿਆਲ ਭਰੋਸੇ ਤੇਰੇ, ਸਭ ਪਰਿਵਾਰ ਚੜਾਇਆ ਤੇਰੇ। ਤੇ ਫਿਰ ਉਸ ਵੇਲੇ ਜਦ ਬੇੜਾ ਪਾਰ ਲੰਘ ਗਿਆ ਤੇ ਗੁਰੂ ਸਾਹਿਬ ਦੇ ਦਰਸ਼ਨ ਕਰਨ ਵਾਸਤੇ ਪਤਾ ਲੱਗਿਆ ਦਿੱਲੀ ਹਨ, ਇਹ ਮਾਰਚ ਦਾ ਮਹੀਨਾ ਹੈ। ਉਸ ਵੇਲੇ ਫਿਰ ਸਾਰੀਆਂ ਜਿੰਨੀਆਂ ਵੀ ਸੰਗਤਾਂ ਸਨ ਦਿੱਲੀ ਦੀਆਂ, ਜਦੋਂ ਮੱਖਣ ਸ਼ਾਹ ਲੁਬਾਣਾ ਨੂੰ ਪਤਾ ਲੱਗਿਆ ਕਿ ਹਰਕ੍ਰਿਸ਼ਨ ਪਾਤਸ਼ਾਹ ਜੋਤੀ ਜੋਤ ਸਮਾ ਗਏ ਨੇ, ਪਰ ਉਹਨਾਂ ਨੇ ਕੀ ਕੀਤਾ ਕਿ ਇਹ ਪਤਾ ਕੀਤਾ ਕਿ ਗੁਰੂ ਸਾਹਿਬ ਨੇ ਆਖਰੀ ਬਚਨ ਜਿਹੜਾ ਕਿਹਾ ਸੀ ਕਿ ਗੁਰੂ ਗ੍ਰਾਮ ਬਕਾਲੇ ਹੈ, ਬਾਬਾ ਬਕਾਲਾ ਦੀ ਧਰਤੀ ਤੇ ਹੈ, ਤੇ ਇਹ ਮਾਰਚ ਦਾ ਮਹੀਨਾ ਹੈ ਤੇ ਇਹ ਜੁਲਾਈ ਤੱਕ 4 ਮਹੀਨੇ, ਇਸ ਦਰਮਿਆਨ ਕੋਈ ਗੁਰੂ ਸਾਹਿਬ ਨਹੀਂ ਸਨ। ਅਪ੍ਰੈਲ, ਮਈ, ਜੂਨ, ਜੁਲਾਈ ਤੇ ਅਗਸਤ 5 ਮਹੀਨੇ ਹੋ ਗਏ। 5ਵੇਂ ਮਹੀਨੇ ਜਦ ਪਤਾ ਲੱਗਿਆ ਬਕਾਲੇ ਦੀ ਧਰਤੀ ਤੇ ਕਿੰਨੇ ਹੀ ਸੋਢੀ ਗੁਰੂ ਬਣ ਬੈਠੇ ਤੇ ਆਪਣੇ ਡੇਰੇ ਲਾ ਕੇ ਬੈਠੇ ਕਿ ਮੱਖਣ ਸ਼ਾਹ ਆਏਗਾ, ਤੇ ਉਹ ਉਸ ਨੂੰ ਸਾਰਿਆਂ ਨੇ ਆਪਣੇ ਆਪ ਨੂੰ ਗੁਰੂ ਠਹਿਰਾਣਾ ਸ਼ੁਰੂ ਕਰ ਦਿੱਤਾ।
5 ਮਹੀਨੇ ਲੱਗ ਗਏ। ਜਦ ਦਿੱਲੀੋਂ ਉੱਥੇ ਪਹੁੰਚੇ, ਉਹਨਾਂ ਨੇ ਤਿਆਰੀ ਕੀਤੀ ਸੀ ਪਖੰਡੀਆਂ ਨੇ, ਪਰ ਅੱਜ ਵੀ ਬੜੇ ਪਖੰਡ ਨੇ, ਅੱਜ ਵੀ ਬੜੇ ਗੁਰੂ ਬਣੇ ਬੈਠੇ ਨੇ। ਉਸ ਟਾਈਮ ਤੇ 22 ਸੀ, ਤੇ ਅੱਜ ਮੈਂ ਕਹਾਂ 22,000 ਨੇ ਤਾਂ ਵੀ ਘੱਟ ਨੇ। ਤੇ ਮੱਖਣ ਸ਼ਾਹ ਲੁਬਾਣਾ ਜਿਹਨੇ ਅਰਦਾਸ ਕੀਤੀ ਹੋਈ ਸੀ, ਜਿਸ ਨੂੰ ਪਤਾ ਸੀ ਸੱਚੇ ਗੁਰੂ ਦੀ ਭਾਲ ਕਰਨੀ ਹੈ, ਜਿਹਦੇ ਕੋਲ ਮੱਥਾ ਟੇਕੇ 2 ਮੋਹਰਾਂ ਭੇਟਾ ਕਰੇ, ਤੇ ਹਰ ਕੋਈ ਇਹੀ ਇੱਕ ਜਿਸ ਤਰ੍ਹਾਂ ਤਕੀਆ ਕਲਾਮ ਹੁੰਦਾ, ਜਾਓ ਤੁਹਾਡੇ ਬੱਚੇ ਖੁਸ਼ੀ ਰਹਿਣਗੇ, ਵੱਡੀਆਂ ਉਮਰਾਂ ਮਾਣੋ, ਦੁੱਖ ਕਲੇਸ਼ ਤੁਹਾਡੇ ਨਾਸ਼ ਹੋਣਗੇ। ਪਰ ਉਹਨੂੰ ਤਸੱਲੀ ਨਹੀਂ ਹੋਈ, ਕਿਉਂਕਿ ਜਿਹੜਾ ਗੁਰੂ ਹੁੰਦਾ ਨਾ, ਸਾਧ ਸੰਗਤ ਕਹਿੰਦੇ ਨੇ ਜਬ ਗੁਰ ਬੋਲੇ ਬਿਸਮ ਹੋਏ ਜਾਏ। ਜਦੋਂ ਸੱਚਾ ਗੁਰੂ ਬੋਲਦਾ ਨਾ, ਤੇ ਅੰਦਰ ਇੱਕ ਵਿਸਮਾਦ ਆ ਜਾਂਦਾ, ਪਤਾ ਲੱਗ ਜਾਂਦਾ ਇਹ ਸੱਚਾ ਗੁਰੂ ਹੈ, ਪਰ ਉਹਦੀ ਤਸੱਲੀ ਨਹੀਂ ਹੋਈ। ਜਬ ਗੁਰ ਬੋਲੇ ਤਬ ਬਿਸਮ ਹੋਏ ਜਾਏ। ਪਰ ਉਹ ਜਦੋਂ ਸਾਰਿਆਂ ਕੋਲੋਂ ਵੇਖ ਬੈਠਾ, ਉਹਦੀ ਤਸੱਲੀ ਨਹੀਂ ਹੋਈ, ਤੇ ਕਿਸੇ ਕੋਲੋਂ ਪੁੱਛਿਆ ਕਿ ਹੋਰ ਵੀ ਕੋਈ ਹੈ ਗੁਰੂ? ਤੇ ਉਹਨਾਂ ਨੇ ਬੜੇ ਪਿਆਰ ਵਿੱਚ ਕਿਹਾ, ਹਾਂ ਇੱਕ ਗੁਰੂ ਐਸਾ ਹੈ ਜਿਹੜਾ ਬਾਹਰ ਨਹੀਂ ਆਉਂਦਾ, ਜਿਹੜਾ ਬਿਲਕੁਲ ਸ਼ਾਂਤ ਸਹਿਜ ਸੁਭਾਅ ਵਿੱਚ ਹੈ, ਸਿਰਫ ਰੱਬ ਦੇ ਨਾਲ ਇੱਕ ਮਿਕ ਰਹਿੰਦੇ ਹਨ। ਲੋਕੀ ਉਹਨੂੰ ਕਮਲਾ ਕਰਕੇ, ਤੇਗਾ ਕਮਲਾ ਕਰਕੇ ਪੁਕਾਰਦੇ ਨੇ। ਤੇ ਮੱਖਣ ਸ਼ਾਹ ਆਪਣੇ ਪਰਿਵਾਰ ਦੇ ਨਾਲ ਜਦ ਉਹਨਾਂ ਦੇ ਘਰ ਬਾਬਾ ਬਕਾਲਾ ਪਹੁੰਚੇ, ਤੇ ਬਾਹਰ ਮਾਤਾ ਗੁਜਰ ਕੌਰ ਜੀ ਬੈਠੇ ਸਨ, ਤੇ ਕਿਹਾ ਕਿ ਅਸੀਂ ਦਰਸ਼ਨ ਕਰਨੇ ਹਨ। ਤੇ ਉਹਨਾਂ ਨੇ ਕਿਹਾ ਕਿ ਦਰਸ਼ਨ ਤੇ ਬਾਹਰ ਆਉਂਦੇ ਹੀ ਘੱਟ ਨੇ, ਹਾਂ ਜਦੋਂ ਅਸੀਂ ਲੰਗਰ ਪ੍ਰਸ਼ਾਦਾ ਤਿਆਰ ਕਰਕੇ ਉਹਨਾਂ ਦੀ ਥਾਲ ਜਦ ਉਹਨਾਂ ਦੇ ਅੱਗੇ ਰੱਖਾਂਗੇ, ਤੇ ਤਦ ਤੁਸੀਂ ਅੰਦਰ ਚਲੇ ਜਾਣਾ। ਤੇ ਸਾਧ ਸੰਗਤ ਉਸ ਵੇਲੇ ਮਹਾਰਾਜ ਜਦ ਅੰਦਰ ਸਨ, ਥਾਲ ਤਿਆਰ ਕੀਤਾ ਭੋਜਨ ਦਾ, ਲੰਗਰ ਦਾ, ਲੈ ਕੇ ਜਦ ਬਾਬਾ ਬਕਾਲੇ ਦੀ ਧਰਤੀ ਤੇ ਆਪ ਮੱਖਣ ਸ਼ਾਹ ਜਦ ਅੰਦਰ ਪਹੁੰਚੇ, ਮਹਾਰਾਜ ਪਿੱਠ ਕਰਕੇ ਬੈਠੇ ਸਨ, ਤੇ ਨਮਸਕਾਰ ਕੀਤੀ, ਤੇ ਉਸ ਥਾਲੀ ਵਿੱਚ 2 ਮੋਹਰਾਂ ਖੜਕਾ ਕੇ ਰੱਖੀਆਂ। ਤੇ ਤੇਗ ਬਹਾਦਰ ਜੀ ਬੋਲਦੇ ਨੇ, ਮੱਖਣ ਸ਼ਾਹ ਇੱਕ ਤੇ ਗੁਰੂ ਨਾਲ ਵਾਅਦੇ ਨਾਲ ਵਾਅਦਾ ਨਿਭਾਈਦਾ ਹੁੰਦਾ ਹੈ ਪੂਰਾ, ਸੁੱਖ ਕੇ 500 ਤੇ 2 ਮੋਹਰਾਂ ਦੇ ਰਹੇ ਹੋ, ਉਹ ਵੀ ਖੜਕਾ ਕੇ ਦੇ ਰਹੇ ਹੈ। ਗੁਰੂ ਦੇ ਨਾਲ ਤੇ ਵਾਅਦਾ ਖਲਾਸੀ ਨਹੀਂ ਕਰੀਦੀ ਹੁੰਦੀ, ਗੁਰੂ ਤੇ ਘਟ ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਨਤ। ਜਦ ਇਹ ਗੱਲ ਸੁਣੀ, ਮੈਂ ਪਹਿਲਾਂ ਕਿਹਾ ਜਬ ਗੁਰ ਬੋਲੇ ਤਬ ਬਿਸਮ ਹੋਏ ਜਾਏ, ਉਦੋਂ ਬੰਦੇ ਨੂੰ ਪਤਾ ਲੱਗ ਜਾਂਦਾ ਕਿ ਇਹ ਸੱਚੇ ਗੁਰੂ ਦੇ ਬੋਲ ਨੇ। ਤੇ ਉਸ ਵੇਲੇ ਫਿਰ ਉਸ ਕੋਠੇ ਤੇ ਚੜ੍ਹ ਕੇ ਮੱਖਣ ਸ਼ਾਹ ਲੁਬਾਣੇ ਨੇ ਕਿਹਾ ਕਿ ਗੁਰੂ ਲਾਦੋ ਰੇ, ਗੁਰੂ ਲਾਦੋ ਰੇ, ਬਈ ਗੁਰੂ ਮੈਨੂੰ ਮਿਲ ਗਿਆ। ਤੇ ਸਾਰਿਆਂ ਦੇ ਅੰਦਰ ਖੁਸ਼ੀ ਦੀ ਲਹਿਰ ਦੌੜ ਪਈ ਕਿ 9ਵੇਂ ਗੁਰੂ ਨਾਨਕ ਪ੍ਰਗਟ ਹੋ ਗਏ ਨੇ। ਤੋ ਸਾਧ ਸੰਗਤ ਪ੍ਰਗਟ ਭਏ ਗੁਰ ਤੇਗ ਬਹਾਦਰ, ਸਗਲ ਸ੍ਰਿਸ਼ਟ ਪੈ ਢਾਪੀ ਚਾਦਰ। ਤੇ ਜਦੋਂ ਗੁਰੂ ਪ੍ਰਗਟ ਹੋ ਗਏ, ਤੇ ਅਕਸਰ ਹੁੰਦਾ ਹੈ ਜਦੋਂ ਘਰ ਕੋਈ ਤਰੱਕੀ 'ਚ ਹੋ ਜਾਏ ਨਾ, ਤੇ ਜਿਹੜੇ ਭਰਾ ਭੈਣ ਹੁੰਦੇ ਨੇ ਨਾ, ਉਹ ਈਰਖਾ ਵਸ਼ ਹੁੰਦੇ ਨੇ, ਕਈ ਈਰਖਾ ਕਰਨ ਲੱਗ ਪੈਂਦੇ ਨੇ, ਜਿਨ੍ਹਾਂ ਨੂੰ ਪੜ੍ਹਾਈ ਨਹੀਂ ਪੜ੍ਹੀ ਹੁੰਦੀ। ਤੇ ਧੀਰ ਮੱਲੀਏ ਵਰਗੇ ਈਰਖਾ ਵਿੱਚ ਆ ਗਏ, ਤੇ ਉਹਨਾਂ ਸਾਧ ਸੰਗਤ ਸ਼ੀਏ ਮਸੰਦ ਨਾਲ ਮਿਲ ਕੇ ਸਾਰਾ ਗੁਰੂ ਘਰ ਦਾ ਰਸਤ, ਪੈਸਾ, ਸਮਾਨ ਸਭ ਲੁੱਟ ਕੇ ਲੈ ਗਏ। ਇੱਥੋਂ ਤੱਕ ਇਤਨੀ ਈਰਖਾ ਦੇ ਵਿੱਚ ਧੀਰ ਮੱਲੀਏ ਨੇ ਕਹਿ ਦਿੱਤਾ ਮਸੰਦ ਨੂੰ, ਸ਼ੀਏ ਮਸੰਦ ਨੂੰ ਗੋਲੀ ਚਲਾਉਣ ਵਾਸਤੇ। ਇਹ ਤੇ ਗੁਰੂ ਮਹਾਰਾਜ ਤੇ ਕਿਰਪਾ ਸੀ, ਗੋਲੀ ਮਹਾਰਾਜ ਦੇ ਕੋਲੋਂ ਲੰਘ ਕੇ ਚਲੀ ਗਈ। ਜਦ ਇਹ ਗੱਲ ਮੱਖਣ ਸ਼ਾਹ ਲੁਬਾਣੇ ਨੂੰ ਪਤਾ ਲੱਗੀ ਸਾਧ ਸੰਗਤ, ਉਸ ਵੇਲੇ ਫਿਰ ਮੱਖਣ ਸ਼ਾਹ ਆਪਣੇ 500 ਸੇਵਕਾਂ ਦੇ ਨਾਲ ਜਾ ਕੇ ਉਹਨਾਂ ਦਾ ਸਾਰਾ ਸਮਾਨ ਵੀ ਵਾਪਸ ਲੈ ਕੇ ਆਏ, ਤੇ ਉਹਨਾਂ ਨੂੰ ਬੰਦੀ ਵੀ ਬਣਾਇਆ। ਤਾਂ ਮਹਾਰਾਜ ਦੇ ਜਦ ਅੱਗੇ ਸਾਰਾ ਸਮਾਨ ਭੇਟਾ ਕੀਤਾ, ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਨਹੀਂ ਮੱਖਣ ਸ਼ਾਹ, ਇਹ ਗਲਤ ਕਰ ਆਏ ਹੋ। ਜੋ ਚੀਜ਼ ਗੁਰੂ ਘਰ ਵੱਲੋਂ ਚਲੀ ਗਈ ਹੈ, ਉਹਨਾਂ ਨੂੰ ਜ਼ਿਆਦਾ ਲੋੜ ਹੋਏਗੀ, ਕਿਉਂਕਿ ਗੁਰੂ ਸਾਹਿਬ ਇਹ ਦੁਨਿਆਵੀ ਪਦਾਰਥਾਂ ਦਾ ਲੋਭ ਨਹੀਂ ਸੀ,
ਇਹ ਤੇ ਉਹਨਾਂ ਨੂੰ ਹੁੰਦਾ ਹੈ ਜਿਹੜੀਆਂ ਚੀਜ਼ਾਂ ਇਕੱਠੀਆਂ ਕਰਨ ਦਾ, ਜਿਨ੍ਹਾਂ ਦੇ ਅੰਦਰ ਲੋਭ ਹੁੰਦਾ ਹੈ, ਜਿਨ੍ਹਾਂ ਨੂੰ ਪਤਾ ਹੁੰਦਾ ਹੈ ਜਿੰਨੀ ਚੱਲਣ ਜਾਣਿਆ ਸੇ ਕਿਉਂ ਕਰੇ ਵਿਥਾਰ। ਜਿਹਨੂੰ ਇਹ ਪਤਾ ਲੱਗ ਜਾਂਦਾ ਮੈਂ ਸੰਸਾਰ ਛੱਡ ਕੇ ਚਲੇ ਜਾਣਾ ਹੈ, ਉਹ ਜ਼ਿਆਦਾ ਖਿਲਾਰੇ ਨਹੀਂ ਪਾਉਂਦਾ, ਉਹ ਦੁਨੀਆ ਦੀਆਂ ਜ਼ਿਆਦਾ ਗੱਲਾਂ ਦੇ ਵਿੱਚ ਨਹੀਂ ਰਹਿੰਦਾ, ਜ਼ਿਆਦਾ ਪੋਪਟੀਆਂ ਬਣਾ ਕੇ ਉਹਨੂੰ ਪਤਾ ਹੈ ਜਿੰਨੀ ਚੱਲਣ ਜਾਣਿਆ ਸੇ ਕਿਉਂ ਕਰੇ ਵਿਥਾਰ। ਚੱਲਣ ਸਾਰ ਨਾ ਜਾਣੇ ਕਾਰਜ ਸਵਾਰਨ ਹਾਰ। ਪਰ ਜਿਹਨੂੰ ਸੋਝੀ ਆ ਜਾਂਦੀ ਹੈ ਉਹ ਤੇ ਕਹਿੰਦਾ ਬਸ ਰਹਿਣ ਵਾਸਤੇ ਘਰ ਹੋ ਜਾਏ, ਖਾਣ ਵਾਸਤੇ ਕੁਝ ਅੰਨ ਹੋ ਜਾਏ, ਪਹਿਨ ਵਾਸਤੇ ਬਸਤਰ ਹੋ ਜਾਣ। ਉਹ ਬਾਤੇ ਖਿਲਾਰਿਆਂ ਵਿੱਚ ਨਹੀਂ ਪੈਂਦਾ, ਕਿਉਂਕਿ ਉਹਨੂੰ ਪਤਾ ਹੈ ਮੈਂ ਮੁਸਾਫਰ ਹਾਂ, ਇੱਕ ਦਿਨ ਮੈਂ ਇੱਥੋਂ ਚਲੇ ਜਾਣਾ ਹੈ। ਤਾਂ ਗੁਰੂ ਤੇਗ ਬਹਾਦਰ ਸਾਹਿਬ ਨੇ ਉਹ ਸਾਰਾ ਸਮਾਨ ਵਾਪਸ ਕੀਤਾ, ਪਰ ਇੱਕ ਵੱਡੀ ਗੱਲ ਸੀ ਉਹਦੇ ਵਿੱਚ ਗੁਰੂ ਗ੍ਰੰਥ ਸਾਹਿਬ ਵੀ ਉਹ ਨਾਲ ਲੈ ਗਏ। ਤਾਂ ਮਹਾਰਾਜ ਕੋਲੋਂ ਉਸ ਵੇਲੇ ਜਿਹੜੀ ਕਰਤਾਰਪੁਰ ਦੀ ਭੀੜ ਸੀ ਉਹ ਉਹਨਾਂ ਦੇ ਕੋਲ ਸੀ ਸਾਧ ਸੰਗਤ, ਪਰ ਗੁਰੂ ਸਾਹਿਬ ਨੇ ਕਿਹਾ ਕੋਈ ਗੱਲ ਨਹੀਂ, ਇਹ ਉਹਨਾਂ ਪਾਸ ਹੀ ਰਹਿਣ ਦਿਓ। ਫਿਰ ਮਹਾਰਾਜ ਇੱਥੋਂ ਚੱਲ ਕੇ ਉਸ ਪਾਵਨ ਪਵਿੱਤਰ ਧਰਤੀ ਅੰਮ੍ਰਿਤਸਰ ਵਿੱਚ ਪਹੁੰਚੇ, ਜਿੱਥੇ ਮੈਂ ਕਿਹਾ ਜਿੱਥੇ ਪੁੱਤਰਾਂ ਦਾ ਰਾਜ ਸੀ। ਪ੍ਰਿਥੀ ਚੰਦ ਦਾ ਪੁੱਤਰ ਮਿਹਰਵਾਨ ਦਾ ਪੁੱਤਰ ਹਰਜੀ, ਜੋ ਮਸੰਦ ਇਹਨਾਂ ਨੇ ਕਬਜ਼ਾ ਕੀਤਾ ਹੋਇਆ ਸੀ। ਮਹਾਰਾਜ ਜਦ ਆਪਣੇ ਸੇਵਕਾਂ ਦੇ ਨਾਲ ਦਰਸ਼ਨ ਕਰਨ ਵਾਸਤੇ ਹਰਿਮੰਦਰ ਸਾਹਿਬ ਪੁੱਜੇ ਤੇ ਉਹਨਾਂ ਨੂੰ ਅੰਦਰ ਜਾਣ ਨਹੀਂ ਦਿੱਤਾ, ਕਿਉਂਕਿ ਕਾਬਜ ਸੀ ਉਹਨਾਂ ਦਾ, ਉਹ ਪਖੰਡੀਆਂ ਦਾ, ਜੋ ਗੁਰੂ ਘਰ ਦਾ ਪ੍ਰਚਾਰ ਤੇ ਨਹੀਂ ਕਰ ਰਹੇ ਸਨ, ਪਰ ਉੱਥੇ ਪਖੰਡ ਵਿਪਰਵਾਦ ਚੱਲ ਰਿਹਾ ਸੀ, ਜਿਸ ਕਾਰਨ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਅੰਦਰ ਨਹੀਂ ਜਾਣ ਦਿੱਤਾ। ਕੁਝ ਸਮਾਂ ਮਹਾਰਾਜ ਉੱਥੇ ਬਾਹਰ ਹੀ ਬੈਠੇ ਰਹੇ, ਜਿੱਥੇ ਤੁਸੀਂ ਜਾਣਦੇ ਹੋ ਹਰਿਮੰਦਰ ਸਾਹਿਬ ਨਾਲ ਹੀ ਭੋਰਾ ਸਾਹਿਬ ਗੁਰਦੁਆਰਾ ਹੈ। ਗੁਰੂ ਤੇਗ ਬਹਾਦਰ ਬਾਬਾ ਜੀ ਉੱਥੇ ਬੈਠ ਗਏ ਤੇ ਉੱਥੇ ਬੈਠ ਕੇ ਹੀ ਨਮਸਕਾਰ ਕਰਕੇ ਹਰਿਮੰਦਰ ਸਾਹਿਬ ਨੂੰ ਵਾਪਸ ਆ ਗਏ ਸਾਧ ਸੰਗਤ। ਤੇ ਫਿਰ ਆ ਕੇ ਮਹਾਰਾਜ ਨੇ ਜਿਹੜੀ ਧਰਤੀ ਚੁਣੀ ਉਹ ਸੀ ਮਾਖੋਵਾਲ ਦੀ ਧਰਤੀ ਸੀ ਸਾਧ ਸੰਗਤ। ਇਹ 2 ਮਿੰਟ ਆਪ ਜੀ ਇਸ ਤੋਂ ਧਿਆਨ ਦੇਵੋ। ਇਹ ਧਰਤੀ ਉਹਦੀ ਸੀ ਜਿਹੜਾ ਗਵਾਲੀਅਰ ਦੇ ਰਾਜੇ ਮਹਾਰਾਜ ਹਰਗੋਬਿੰਦ ਪਾਤਸ਼ਾਹ ਨੇ ਜੋ ਆਜ਼ਾਦ ਕਰਾਏ ਸਨ ਨਾ, ਉਹਨਾਂ ਦੇ ਵਿੱਚ ਉਸ ਰਾਜੇ ਦਾ ਨਾਮ ਸੀ ਤਾਰਾ ਚੰਦ, ਜਿਹੜਾ ਆਜ਼ਾਦ ਕਰਾਇਆ ਸੀ ਉਸ 52 ਰਾਜਿਆਂ ਵਿੱਚ। ਉਹਦਾ ਪੁੱਤਰ ਸੀ ਸਾਧ ਸੰਗਤ ਦੀਪ ਚੰਦ, ਉਹਦਾ ਪੁੱਤਰ ਸੀ ਭੀਮ ਚੰਦ, ਤੇ ਭੀਮ ਚੰਦ ਦਾ ਪੁੱਤਰ ਸੀ ਅਜਮੇਰ ਚੰਦ। ਪਰ ਭੀਮ ਚੰਦ ਤੇ ਅਜਮੇਰ ਚੰਦ ਦੋਨੋਂ ਹੀ ਗੁਰੂ ਘਰ ਦੇ ਬਾਗੀ ਸਨ, ਆਪਣੀਆਂ ਉਹ ਅਹਿਸਾਨ ਭੁੱਲ ਗਏ ਸਨ ਤੇ ਸਦਾ ਹੀ ਦੋਖੀ ਰਹੇ ਨੇ, ਔਰ ਇਹਨਾਂ ਨੇ ਗੁਰੂ ਘਰ ਦੀ ਸਦਾ ਹੀ ਨਿੰਦਾ ਕੀਤੀ ਹੈ। ਪਰ ਜਿਹੜੇ ਦੀਪ ਚੰਦ ਸਨ ਆਪ ਤੇ ਮਰ ਗਏ, ਪਰ ਉਹਦੀ ਘਰਵਾਲੀ ਸ਼ਰਧਾਲੂ ਸੀ ਚੰਪਾ ਰਾਣੀ। ਮਹਾਰਾਜ ਉਸ ਧਰਤੀ ਤੇ ਪਹੁੰਚੇ। ਚੰਪਾ ਰਾਣੀ ਨੇ ਕਿਹਾ ਇਹ ਧਰਤੀ ਤੁਸੀਂ ਲੈ ਲਓ, ਤੇ ਮਹਾਰਾਜ ਨੇ ਕਿਹਾ ਅਸੀਂ ਐਵੇਂ ਨਹੀਂ ਲਵਾਂਗੇ, ਇਹਦੇ ਬਦਲੇ ਅਸੀਂ ਮਾਇਆ ਦੇਵਾਂਗੇ, ਭੇਟਾ ਦੇਵਾਂਗੇ, ਕਿਉਂਕਿ ਰਾਜਿਆਂ ਦਾ ਕੋਈ ਪਤਾ ਨਹੀਂ ਹੁੰਦਾ, ਕਿਸੇ ਟਾਈਮ ਫਿਰ ਵਾਪਸ ਮੰਗ ਲੈਣ। ਜਦੋਂ ਮਨ ਵਿੱਚ ਹੁੰਦਾ ਹੈ ਤੇ ਬੜਾ ਕੁਝ ਕਰ ਦਿੰਦੇ ਨੇ, ਪਰ ਜਦੋਂ ਕਦੀ ਵੀ ਵਾਪਸ ਲੈਣਾ ਹੋਏ ਤੇ ਲੈ ਸਕਦੇ ਨੇ। ਗੁਰੂ ਸਾਹਿਬ ਨੇ ਮਾਇਆ ਦੇ ਕੇ ਉਹ ਮਾਖੋਵਾਲ ਦੀ ਧਰਤੀ ਲੈ ਲਈ, ਪਰ ਉਸ ਧਰਤੀ ਦੇ ਅੰਦਰ ਵੱਡੇ ਵੱਡੇ ਦੈਤ ਪ੍ਰੇਤ ਹੁੰਦੇ ਸਨ। ਪਰ ਜਿਉਂ-ਜਿਉਂ ਮਹਾਰਾਜ ਦੇ ਸਿੰਘ ਉੱਥੇ ਬੈਠ ਕੇ ਬਾਣੀ ਪੜ੍ਹਦੇ ਸਨ ਤਾਂ ਸਾਧ ਸੰਗਤ ਉਹ ਫਿਰ ਉਹਨਾਂ ਨੂੰ ਭਾਜਣਾ ਪੈ ਗਈਆਂ, ਉਹ ਫਿਰ ਛੱਡ ਕੇ ਇੱਥੋਂ ਗਏ। ਤਾਂ ਗੁਰੂ ਸਾਹਿਬ ਨੇ ਇਸ ਦਾ ਨਾਮ ਮਾਖੋਵਾਲ ਦੀ ਬਜਾਏ ਰੱਖਿਆ ਕਿ ਇਹਦਾ ਨਾਮ ਰੱਖਿਆ ਚੱਕ ਨਾਨਕੀ। ਦੇਖੋ ਕਿਤਨਾ ਮਾਣ ਆਪਣੀ ਮਾਤਾ ਜੀ ਨੂੰ ਦਿੱਤਾ, ਭਾਵ ਕਿ ਔਰਤ ਜਾਤ ਨੂੰ ਦਿੱਤਾ। ਕਿਸੇ ਵੀ ਧਰਮ ਦੇ ਵਿੱਚ ਔਰਤ ਜਾਤੀ ਨੂੰ ਇਤਨਾ ਮਾਣ ਨਹੀਂ ਮਿਲਿਆ ਹੋਣਾ ਜਿਤਨਾ ਗੁਰੂ ਘਰ ਦੇ ਵਿੱਚ। ਮਹਾਰਾਜ ਨੇ ਤੇ ਇੱਥੋਂ ਤੱਕ ਕਿਹਾ ਸੋ ਕਿਉਂ ਮੰਦਾ ਆਖੀਏ ਜਿਤ ਜੰਮੇ ਰਾਜਾਨ। ਭੰਡ ਜੰਮੀਏ ਭੰਡ ਨਿਮੀਏ ਭੰਡ ਮੰਗਣ ਵਿਆਓ, ਭੰਡੋ ਹੋਵੇ ਦੋਸਤੀ ਭੰਡੋ ਚੱਲੇ ਰਾਹ, ਭੰਡ ਮੂਆ ਭੰਡ ਪਾਲੀਏ ਭੰਡ ਹੋਵੇ ਬੰਦਾਨ, ਸੋ ਕਿਉਂ ਮੰਦਾ ਆਖੀਏ ਜਿਤ ਜੰਮੇ ਰਾਜਾਨ। ਭੰਡੋ ਹੀ ਭੰਡ ਉਪਜੈ ਭੰਡੇ ਬਾਜ ਨਾ ਕੋਏ, ਨਾਨਕ ਭੰਡੇ ਬਾਹਰਾ ਏਕੋ ਸੱਚਾ ਸੋਏ, ਜਿਤ ਮੁਖ ਸਦਾ ਸਾਲਾਈਏ ਭਾਗਾ ਰੱਤੀ ਚਾਰ, ਨਾਨਕ ਤੇ ਮੁਖ ਉਜਲੇ ਤੀ ਸੱਚੇ ਦਰਬਾਰ। ਸੋ ਮਹਾਰਾਜ ਨੇ ਚੱਕ ਨਾਨਕੀ ਦੇ ਨਾਮ ਤੋਂ ਇਹ ਨਗਰ ਵਸਾਇਆ। ਤੋ ਸਾਧ ਸੰਗਤ ਇੱਥੇ ਪਰਿਵਾਰ ਦੇ ਨਾਲ ਮਹਾਰਾਜ
ਕਾਫੀ ਸਮਾਂ ਰਹੇ, ਪਰ ਸਮਾਂ ਪਾ ਕੇ ਮਹਾਰਾਜ ਨੇ ਇਹ ਪਰਿਵਾਰ ਨੂੰ ਫਿਰ ਇੱਥੋਂ ਦੀ ਚੱਲ ਕੇ ਪਟਨਾ ਸਾਹਿਬ ਸਾਰਾ ਪਰਿਵਾਰ ਮਹਾਰਾਜ ਦਾ ਗਿਆ, ਜਿੱਥੇ ਜਾ ਕੇ ਮਹਾਰਾਜ ਨੇ ਜਦੋਂ ਦੇਖੋ 1621 ਵਿੱਚ ਮਹਾਰਾਜ ਦੀ ਆਮਦ ਹੋਈ, 33 ਵਿੱਚ ਮਹਾਰਾਜ ਦਾ ਆਨੰਦ ਕਾਰਜ ਹੋਇਆ। 33 ਸਾਲ ਹੋ ਗਏ ਸਾਧ ਸੰਗਤ, ਘਰ ਵਿੱਚ ਔਲਾਦ ਨਹੀਂ ਸੀ। ਪਰ ਜਦੋਂ ਪਟਨਾ ਸਾਹਿਬ ਸਾਰਾ ਪਰਿਵਾਰ ਰੁਕਿਆ ਤੇ ਮਹਾਰਾਜ ਨੂੰ ਅਸਾਮ ਉਧਰ ਢਾਕੇ ਵੱਲ ਜਾਣਾ ਪੈ ਗਿਆ। ਅਸਾਮ ਦੀ ਧਰਤੀ ਜਿੱਥੇ ਧੂਬੜੀ ਸਾਹਿਬ ਗੁਰਦੁਆਰਾ ਹੈ, ਦੋ ਰਾਜੇ ਦੀ ਸੁਲ੍ਹਾ ਕਰਾਉਣ ਵਾਸਤੇ ਉਸ ਬ੍ਰਹਮਪੁੱਤਰ ਨਦੀ ਤੇ ਕੋਲ ਜਾ ਕੇ ਮਹਾਰਾਜ ਨੇ ਉਹ ਦੋ ਰਾਜੇ ਜਿਹੜੇ ਆਪਸ ਵਿੱਚ ਘਮਾਸਾਨ ਯੁੱਧ ਕਰ ਰਹੇ ਸਨ, ਨਾਰਾਜ਼ਗੀਆਂ ਸਨ, ਉਹਨਾਂ ਦੀ ਸੁਲ੍ਹਾ ਕਰਾਉਣ ਵਾਸਤੇ ਪਰਿਵਾਰ ਨੂੰ ਪਟਨਾ ਸਾਹਿਬ ਛੱਡ ਕੇ, ਪਤਾ ਸੀ ਘਰ ਦੇ ਵਿੱਚ ਔਲਾਦ ਆਉਣ ਵਾਲੀ ਹੈ। 33 ਸਾਲ ਬਾਅਦ ਸਾਧ ਸੰਗਤ, ਕਹਿਣ ਵਾਲੀ ਗੱਲ ਹੁੰਦੀ ਹੈ। ਧੰਨ ਮਾਤਾ ਗੁਜਰ ਕੌਰ ਜੀ ਨੇ, ਤੇ ਜਦ ਮਹਾਰਾਜ ਉੱਥੋਂ ਚਲੇ ਗਏ, ਉੱਥੋਂ ਅਸਾਮ ਤੇ ਹੁੰਦੇ ਢਾਕਾ ਇੱਧਰ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਘਰ ਪਟਨਾ ਸਾਹਿਬ ਵਿਖੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਗੋਬਿੰਦ ਰਾਏ ਦਾ ਬਾਲਕ ਦਾ ਆਗਮਨ ਹੋਇਆ। ਸੰਗਤਾਂ ਨੇ ਖੁਸ਼ੀਆਂ ਮਨਾਈਆਂ, ਪਰ ਵੱਡੀ ਗੱਲ 33 ਸਾਲ ਬਾਅਦ ਵੀ ਪਿਤਾ ਸਾਹਮਣੇ ਨਹੀਂ ਸੀ। ਮਹਾਰਾਜ ਜਦ ਢਾਕੇ ਦੀ ਧਰਤੀ ਤੇ ਪਹੁੰਚੇ ਤੇ ਸਿੱਖਾਂ ਨੇ ਜਾ ਕੇ ਪੱਤਰਕਾ ਦਿੱਤੀ। ਮਹਾਰਾਜ ਬਹੁਤ ਖੁਸ਼ ਹੋਏ। ਫਿਰ ਆਪ ਮਹਾਰਾਜ ਉੱਥੋਂ ਢਾਕੇ ਚੱਲ ਕੇ ਸਾਧ ਸੰਗਤ ਉਸ ਅਨੰਦਪੁਰ ਦੇ ਉਸ ਚੱਕ ਨਾਨਕੀ ਦੀ ਧਰਤੀ ਤੇ ਪਹੁੰਚੇ। ਅੱਜ ਮਨ ਦੇ ਵਿੱਚ ਸੀ 3 ਸਾਲ ਹੋ ਗਏ ਸਾਧ ਸੰਗਤ, 33 ਸਾਲ ਬਾਅਦ ਦੇਖੋ ਕਿਸੇ ਦੇ ਘਰ, ਅਸੀਂ ਵੀ ਗ੍ਰਸਤੀ ਹਾਂ, ਤੁਸੀਂ ਵੀ ਗ੍ਰਸਤੀ ਹੋ, ਇੰਨੇ ਸਾਲਾਂ ਬਾਅਦ ਘਰ ਔਲਾਦ ਹੋਈ ਹੋਵੇ ਤੇ ਸਾਧ ਸੰਗਤ ਬੰਦਾ ਤੇ ਸਾਰੇ ਕੰਮ ਛੱਡ ਕੇ ਕਹਿੰਦਾ ਪਹਿਲਾਂ ਮੈਂ ਆਪਣੇ ਉਸ ਬੱਚੇ ਦੇ ਦਰਸ਼ਨ ਕਰਾਂ, ਬੱਚੇ ਨੂੰ ਵੇਖਾਂ। ਪਰ ਮਹਾਰਾਜ ਦੇਖੋ ਇਹਨੂੰ ਕਹਿੰਦੇ ਨੇ ਸੁਖ ਸੰਪਤ ਮਾਇਆ ਰਸ ਮੀਠੇ, ਇਹ ਨਹੀਂ ਮਨ ਮੇ ਧਰਨੀ। ਦੇਖੋ ਇਹਨੂੰ ਕਹਿੰਦੇ ਨੇ ਪਿਆਰ। ਮੋਹ ਹੋਵੇ ਤੇ ਬੰਦਾ ਸਾਰੇ ਕਾਰਜ ਛੱਡ ਕੇ ਪਹੁੰਚ ਜਾਂਦਾ ਹੈ, ਪਰ ਜਿੱਥੇ ਪਿਆਰ ਹੁੰਦਾ ਹੈ ਨਾ, ਉਹ ਦਿਲੋਂ ਪਿਆਰ ਹੁੰਦਾ ਹੈ। ਜਿਹੜਾ ਪਰਉਪਕਾਰੀ ਜੀਵਨ ਵਾਸਤੇ ਨਿਕਲਦਾ ਹੈ ਨਾ, ਉਹ ਫਿਰ ਪਹਿਲਾਂ ਦੁਨੀਆ ਦੇ ਕਾਰਜਾਂ ਨੂੰ ਦੇਖਦਾ ਹੈ, ਆਪਣੇ ਕਾਰਜ ਨਹੀਂ ਵੇਖਦਾ। ਤਾਂ ਮਹਾਰਾਜ ਆਪ 33 ਸਾਲ ਤੇ 3 ਸਾਲ 36 ਸਾਲਾਂ ਬਾਅਦ ਅੱਜ ਉਸ ਚੱਕ ਨਾਨਕੀ ਧਰਤੀ ਤੇ ਪਹੁੰਚੇ। ਇੱਧਰੋਂ ਪਰਿਵਾਰ ਸਾਰਾ ਚੱਲ ਕੇ ਜਦ ਪਹਿਲਾਂ ਕੀਰਤਪੁਰ ਸਾਹਿਬ ਪਹੁੰਚੇ ਮਹਾਰਾਜ, ਤੇ ਕੀਰਤਪੁਰ ਸਾਹਿਬ ਮਹਾਰਾਜ ਨੇ ਆਪ ਆਨੰਦਪੁਰ ਸਾਹਿਬ ਚੱਕ ਨਾਨਕੀ ਤੋਂ ਚੱਲ ਕੇ ਕੀਰਤਪੁਰ ਸਾਹਿਬ ਪਹੁੰਚੇ। ਦੇਖੋ ਇੱਕ ਉਹ ਵੀ ਦਿਨ ਸੀ ਜਦੋਂ ਮਹਾਰਾਜ ਦਾ ਸੀਸ ਕੀਰਤਪੁਰ ਸਾਹਿਬ ਲੈ ਕੇ ਆਏ ਸਨ, ਤੇ ਗੋਬਿੰਦ ਸਿੰਘ ਜੀ ਮਹਾਰਾਜ ਆਪ ਆਨੰਦਪੁਰ ਸਾਹਿਬ ਤੋਂ ਕੀਰਤਪੁਰ ਸਾਹਿਬ ਲੈਣ ਆਏ ਸਨ। ਅੱਜ ਸਾਰਾ ਪਰਿਵਾਰ ਸੀ, ਮਾਮਾ ਕਿਰਪਾਲ ਚੰਦ ਸੀ, ਮਾਤਾ ਗੁਜਰ ਕੌਰ ਸੀ, ਗੋਬਿੰਦ ਰਾਏ ਸਨ। ਜਦ ਉਸ ਕੀਰਤਪੁਰ ਦੀ ਧਰਤੀ ਤੇ ਪਹੁੰਚੇ ਤੇ ਮਹਾਰਾਜ ਆਪ ਚੱਕ ਨਾਨਕੀ ਤੋਂ ਚੱਲ ਕੇ ਸਾਧ ਸੰਗਤ ਜਦ ਉੱਥੇ ਪਹੁੰਚੇ ਤੇ ਦੋਨਾਂ ਦਾ ਪਰਿਵਾਰਾਂ ਦਾ ਮੇਲ ਹੋਇਆ। ਮਹਾਰਾਜ ਆਪਣੇ ਬੱਚੇ ਨੂੰ ਵੇਖ ਕੇ ਕਿਤਨੀ ਖੁਸ਼ੀ ਦਾ ਉਹ ਮਾਹੌਲ ਹੋਏਗਾ ਕਿ 3 ਸਾਲ ਪਹਿਲਾਂ ਤੇ 33 ਸਾਲ ਘਰ ਔਲਾਦ ਨਹੀਂ ਸੀ, 33 ਸਾਲਾਂ ਬਾਅਦ ਔਲਾਦ ਹੋਈ। 3 ਸਾਲ ਬਾਅਦ ਆਪਣੇ ਬੱਚੇ ਨੂੰ ਗਲ ਵਕੜੀ ਲਾਇਆ। ਸਾਰਾ ਪਰਿਵਾਰ ਚੱਕ ਨਾਨਕੀ ਆ ਗਿਆ। ਸੰਗਤ ਸਾਰੀ ਮੱਥਾ ਮਹਾਰਾਜ ਨੂੰ ਟੇਕ ਰਹੀਆਂ ਨੇ, ਦਰਸ਼ਨ ਕਰ ਰਹੀਆਂ ਨੇ। ਕਰਦੇ ਕਰਦੇ ਅੱਜ ਗੋਬਿੰਦ ਰਾਏ ਨੇ ਵੀ ਜਦ ਤੇਗ ਬਹਾਦਰ ਸਾਹਿਬ ਜੀ ਦੇ ਚਰਨਾਂ ਵਿੱਚ ਮੱਥਾ ਟੇਕਿਆ ਨਾ ਸਾਧ ਸੰਗਤ, ਤੇ ਮਹਾਰਾਜ ਨੇ ਕਿਹਾ ਰੁਕ ਜਾਓ ਬਾ ਗੋਬਿੰਦ ਰਾਏ, ਤੁਸੀਂ ਕਿਉਂ ਮੱਥਾ ਟੇਕ ਰਹੇ ਹੋ? ਤੁਸੀਂ ਕਿਸ ਭਾਵਨਾ ਦੇ ਨਾਲ ਮੱਥਾ ਟੇਕ ਰਹੇ ਹੋ? ਧਿਆਨ ਦੇਣਾ। ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਨੇ ਬਾਲਕ ਗੋਬਿੰਦ ਰਾਏ, ਤੁਸੀਂ ਕਿਸ ਭਾਵਨਾ ਨਾਲ ਸਾਨੂੰ ਮੱਥਾ ਟੇਕ ਰਹੇ ਹੋ? ਤੇ ਮਹਾਰਾਜ ਨੇ ਦੇਖੋ ਇਹ ਸਾਡੇ ਵਾਸਤੇ ਵੀ ਸੇਧ ਹੈ। ਤੁਸੀਂ ਵੀ ਗੁਰੂ ਗ੍ਰੰਥ ਸਾਹਿਬ ਅੱਗੇ ਮੱਥਾ ਟੇਕਦੇ ਹੋ ਨਾ, ਕੀ ਸਮਝ ਕੇ ਟੇਕਨੇ ਆ? ਗੁਰੂ ਗ੍ਰੰਥ ਸਾਹਿਬ ਨੂੰ ਰੱਬ ਸਮਝ ਕੇ ਮੱਥਾ ਟੇਕਿਆ ਕਰੋ। ਰੱਬ ਤੇ ਗੁਰੂ ਵਿੱਚ ਫਰਕ ਨਹੀਂ ਹੈ। ਜਦੋਂ ਤੁਸੀਂ ਇਹ ਸੋਚੋ ਕਿ ਗੁਰੂ ਵੱਖਰਾ ਹੈ ਤੇ ਰੱਬ ਵੱਖਰਾ ਹੈ, ਸਮਝ ਲਓ ਤੁਸੀਂ ਗੁਰੂ ਦੇ ਨੇੜੇ ਵੀ ਨਹੀਂ ਹੋ। ਨਾਨਕ ਸੋਧੇ ਸਿਮਰਤ ਵੇਦ, ਪਾਰ ਬ੍ਰਹਮ ਗੁਰ ਨਾਹੀ ਭੇਦ। ਗੁਰੂ ਔਰ ਪਾਰ ਬ੍ਰਹਮ ਵਿੱਚ ਕਦੀ ਫਰਕ ਲਾਣਾ ਹੀ ਨਾ।
ਤੇ ਉਸ ਵੇਲੇ ਗੋਬਿੰਦ ਰਾਏ ਜੀ ਨੂੰ ਪੁੱਛਿਆ, ਬੇਟਾ ਗੋਬਿੰਦ ਰਾਏ, ਤੁਸੀਂ ਸਾਨੂੰ ਕਿਸ ਕਾਰਨ ਮੱਥਾ ਟੇਕ ਰਹੇ ਹੋ? ਤੇ ਉਸ ਵੇਲੇ ਮਹਾਰਾਜ ਨੇ ਕਿਹਾ, ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰਤਾ ਪਾਇਆ, ਸਹਿਜ ਸੇਤੀ ਮਨ ਵਜੀਆਂ ਵਾਧ ਆਈਆਂ। ਮਹਾਰਾਜ ਨੇ ਗੱਲ ਵਕੜੀ ਲਾ ਲਿਆ, ਕਹਿਣ ਲੱਗੇ, ਗੋਬਿੰਦ ਰਾਏ, ਅੱਜ ਤੂੰ ਇਹ ਸਾਬਤ ਕਰਤਾ ਹੈ ਕਿ ਗੁਰੂ ਔਰ ਰੱਬ ਵਿੱਚ ਫਰਕ ਨਹੀਂ। ਅੱਜ ਤੋਂ ਇਸ ਜਗ੍ਹਾ ਦਾ ਨਾਮ ਚੱਕ ਨਾਨਕੀ ਨਹੀਂ, ਤੁਸੀਂ ਆਨੰਦ ਪਿਆ ਮੇਰੀ ਮਾਇਆ ਕਿਹਾ, ਅੱਜ ਤੋਂ ਨਾਮ ਇਸ ਧਰਤੀ ਦਾ ਨਾਮ ਆਨੰਦਪੁਰ ਸਾਹਿਬ ਪਏਗਾ। ਤੋ ਸਾਧ ਸੰਗਤ, ਅੱਜ ਜਿਹੜਾ ਨਾਮ ਪ੍ਰਚਲਿਤ ਹੈ ਉਹ ਆਨੰਦਪੁਰ ਸਾਹਿਬ ਹੈ, ਕਿਉਂਕਿ ਇੱਥੇ ਉਹ ਮਹਾਰਾਜ ਕਹਿੰਦੇ ਨੇ ਇੱਥੇ ਉਹ ਬਖਸ਼ਿਸ਼ ਹੋਣਗੀਆਂ ਇਸ ਧਰਤੀ ਤੋਂ। ਉਹੀ ਆਏ ਆਪਣੇ ਰਿਸ਼ਤੇ ਛੱਡ ਕੇ ਸਿਰਫ ਪਰਮਾਤਮਾ ਤੇ ਗੁਰੂ ਨਾਲ ਮਿਲਣ ਆਵੇ। ਤੇ ਜਦੋਂ ਗੁਰੂ ਕੋਲ ਤੁਸੀਂ ਆਓ, ਇਹ ਸੋਚ ਲੈ ਕੇ ਆਓ ਕਿ ਮੈਂ ਪਰਮਾਤਮਾ ਨੂੰ ਮਿਲਣ ਆ ਰਿਹਾ ਹਾਂ। ਰੱਬ ਔਰ ਗੁਰੂ ਵਿੱਚ ਕੋਈ ਫਰਕ ਹੈ ਹੀ ਨਹੀਂ। ਆਨੰਦਪੁਰ ਦੀ ਧਰਤੀ ਇਹ ਆਨੰਦ ਦਾ ਉਹ ਸੰਦੇਸ਼ ਦਿੰਦੀ ਏ ਕਿ ਸਿੱਖਾ, ਇਹ ਰਿਸ਼ਤੇ ਸਿਸ਼ਤੇ ਸਭ ਦੂਰ ਹਟਾ ਕੇ ਤੂੰ ਸਿਰਫ ਤੇ ਸਿਰਫ ਉਸ ਪਰਮਾਤਮਾ ਦੀ ਖੋਜ ਵਾਸਤੇ, ਉਸ ਨੂੰ ਮਿਲਣ ਵਾਸਤੇ ਤੈਨੂੰ ਆਨੰਦ ਲੈਣਾ ਹੈ। ਤੋ ਇਸ ਧਰਤੀ ਦਾ ਨਾਮ ਕੇਸਗੜ੍ਹ ਸਾਹਿਬ ਵੀ ਹੈ। ਇਹ ਗਾੜੇ ਕੇਸਾਂ ਦਾ ਦੇਖੋ ਕਿਤਨਾ ਮਾਣ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਦਿੱਤਾ ਕਿ ਸਿੱਖਾ, ਇਹ ਜਿਹੜੇ ਤੈਨੂੰ ਕੇਸ ਦੇ ਕੇ ਜਾ ਰਿਹਾ ਹਾਂ, ਇਹਦਾ ਨਾਮ ਵੀ ਕੇਸਗੜ੍ਹ ਸਾਹਿਬ ਪਾ ਦਿੱਤਾ ਕਿ ਤੇਰੇ ਵਾਸਤੇ ਕੇਸ ਰੱਖਣੇ ਕਿਤਨੇ ਜ਼ਰੂਰੀ ਨੇ। ਜਿਹੜੇ ਸਿੱਖ ਹੋ ਕੇ ਪਤਤ ਹੁੰਦੇ ਨੇ ਨਾ, ਸੱਚ ਜਾਣਿਓ, ਮੈਂ ਕਹਿੰਦਾ ਕੁਝ ਵੀ ਕਰ ਲਓ, ਇਹ ਦਿਨਾਂ ਦੇ ਵਿੱਚ ਨਾ ਆਪਣੇ ਸਿੱਖਾਂ ਨੂੰ, ਕੋਈ ਵੀ ਹੋਵੇ ਸਿੱਖ, ਆਪਣੇ ਕੇਸਾਂ ਦੇ ਨਾਲ ਕੋਈ ਛੇੜਾਖਾਨੀ ਨਾ ਕਰੋ। ਇਹ ਬੜੇ ਹੀ ਗੁਰੂ ਸਾਹਿਬ ਨੇ, ਨਾ ਇਹਨੂੰ ਰੰਗੋ, ਨਾ ਕੁਤਰੋ, ਨਾ ਕੱਟੋ, ਇੱਕੋ ਹੀ ਚੀਜ਼ ਹੈ। ਰੰਗਣਾ ਕੁਤਰਨਾ ਸਭ ਇੱਕੋ ਗੱਲ ਹੈ। ਜੋ ਪਰਮਾਤਮਾ ਨੇ ਸਾਨੂੰ ਰੂਪ ਦਿੱਤਾ ਹੈ ਨਾ, ਉਸ ਤੋਂ ਉੱਤੇ ਕੋਈ ਗੱਲ ਨਹੀਂ। ਤੇ ਗੁਰੂ ਸਾਹਿਬ ਨੇ ਗਲਵੱਕੜੀ ਲੈ ਲਿਆ ਗੋਬਿੰਦ ਰਾਏ ਜੀ ਨੂੰ ਕਿ ਮੈਨੂੰ ਅੱਜ ਇਸ ਗੱਲ ਦੀ ਤਸੱਲੀ ਹੈ ਕਿ ਤੁਸੀਂ ਇਸ ਭਾਗ ਦੌੜ ਨੂੰ ਸੰਭਾਲ ਸਕਦੇ ਹੋ। ਤੇ ਸਾਧ ਸੰਗਤ, ਕਿਤਨਾ ਕੁ ਸਮਾਂ, 4-5 ਸਾਲ ਹੀ ਮਹਾਰਾਜ ਆਪਸ ਵਿੱਚ ਮੇਲ ਹੀ ਹੋਇਆ ਗੋਬਿੰਦ ਰਾਏ ਤੇ ਤੇਗ ਬਹਾਦਰ ਸਾਹਿਬ ਜੀ ਦਾ, ਕਿਉਂਕਿ ਸਮਾਂ ਐਸਾ ਸੀ, ਤੇਗ ਬਹਾਦਰ ਦੇ ਸਮੇਂ ਔਰੰਗਜ਼ੇਬ ਨੇ ਕਹਿਰ ਮਚਾ ਰੱਖਿਆ ਸੀ ਇਸ ਹਿੰਦੂ ਧਰਮ ਦੇ ਉੱਤੇ। ਔਰ ਐਸਾ ਕਹਿਰ ਸੀ ਕਿ ਕੋਈ ਨਵਾਂ ਮੰਦਰ ਨਹੀਂ ਬਣਾ ਸਕਦਾ, ਮੰਦਰਾਂ ਦੀ ਰਿਪੇਅਰਿੰਗ ਨਹੀਂ ਕਰ ਸਕਦਾ, ਮੰਦਰਾਂ ਨੂੰ ਪੂਰੇ ਸਮੇਂ ਸਿਰ ਜਾ ਸਕਦਾ ਹੈ। ਜਜੀਆ ਟੈਕਸ ਲਗਾ ਰੱਖਿਆ ਸੀ। ਜਜੀਆ ਟੈਕਸ ਉਹ ਹੁੰਦਾ ਸੀ ਕਿ ਕੋਈ ਵੀ ਹਿੰਦੂ ਵੀਰ, ਹਿੰਦੂ ਘਰ ਦੇ ਵਿੱਚੋਂ ਕੋਈ ਵੀ ਸ਼ਰੀਰ ਅਗਰ ਮੁਸਲਮਾਨਾਂ ਦੇ ਏਰੀਏ ਵਿੱਚ ਚਲਾ ਗਿਆ, ਪਕੜਾ ਗਿਆ, ਤਾਂ ਉਹਦੇ ਉੱਤੇ ਜਜੀਆ ਟੈਕਸ ਲਗਾਇਆ ਜਾਂਦਾ ਸੀ ਕਿ ਤੂੰ ਇਸ ਏਰੀਏ ਵਿੱਚ ਆਇਆ ਕਿਉਂ। ਤੋ ਸਾਧ ਸੰਗਤ, ਇਹ ਸਮਾਂ ਜਿਹੜਾ ਤੁਸੀਂ ਜਾਣਦੇ ਹੋ ਨਾ ਬਾਬਰੀ ਮਸਜਿਦ ਦਾ, ਇਹ ਉਹੀ ਜਿਹੜਾ ਕਲੇਸ਼ ਸੀ ਕਿ ਮੰਦਰ ਔਰ ਰਾਮ ਮੰਦਰ ਔਰ ਬਾਬਰੀ ਮਸਜਿਦ ਜਿਹੜਾ ਢਾਹ ਕੇ ਉਹਨੇ ਬਣਾਇਆ ਸੀ, ਇਹ ਉਸ ਵੇਲੇ ਦਾ ਹੀ, ਬਾਬਰ ਦਾ ਹੀ ਇਹ ਕੀਤਾ ਹੋਇਆ ਕਾਰਨਾਮਾ ਸੀ। ਤੋ ਇਤਨਾ ਕਹਿਰ ਮਚਿਆ ਹੋਇਆ ਸੀ ਚਾਰੋਂ ਤਰਫ ਕਿ ਔਰੰਗਜ਼ੇਬ ਦਾ ਸਮਾਂ ਐਸਾ ਸੀ। ਪਰ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਦੇਖੋ ਐਸੀ, ਅਸੀਂ ਤਾਂ ਖਾਲੀ ਦਿੱਲੀ ਦੀ ਕੁਰਬਾਨੀ ਦੇਖਦੇ ਹਾਂ ਨਾ ਕਿ ਉਹਨਾਂ ਦੀ, ਮੈਂ ਕਹਿੰਦਾ ਉਹਨਾਂ ਦੇ ਪਰਉਪਕਾਰ ਦੇਖੋ, ਉਹਨਾਂ ਦੀਆਂ ਕੁਰਬਾਨੀਆਂ ਦੇਖੋ, ਇੱਕ ਨਹੀਂ ਕਈ ਨੇ। ਤੁਸੀਂ ਦੇਖੋ ਜਿੰਨੀ ਬਾਣੀ ਹੈ ਨਾ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ, ਮੈਂ ਕਹਿੰਦਾ ਸਾਰੀ ਬਾਣੀ ਹਿੰਦੀ ਵਿੱਚ ਹੈ। ਫਿਰ ਵੀ ਧਿਆਨ ਦਿਓ, 116 ਨੇ, 57 ਸ਼ਲੋਕ, 59 ਸ਼ਬਦ, 116 ਬੰਦੇ ਨੇ। ਤੁਸੀਂ ਇੱਕ ਇੱਕ ਸ਼ਬਦ, ਕੋਈ ਅਰਬੀ ਦਾ ਨਹੀਂ, ਕੋਈ ਫਾਰਸੀ ਦਾ ਨਹੀਂ, ਇਤਨਾ ਪਿਆਰ ਇਸ ਹਿੰਦੂ ਸਮਾਜ ਵਾਸਤੇ ਗੁਰੂ ਸਾਹਿਬ ਨੇ ਕੀਤਾ। ਆਪ ਮੰਦਰਾਂ ਵਿੱਚ ਜਾ ਜਾ ਕੇ ਗੁਰੂ ਤੇਗ ਬਹਾਦਰ ਸਾਹਿਬ ਨੇ ਇਹਨਾਂ ਦੇ ਜਜ਼ਮੇ ਨੂੰ ਉੱਤੇ ਕੀਤਾ ਕਿ ਪੈ ਕਾਹੂ ਕੋ ਦੇਤ ਨੈ ਪੈ ਮਾਨਤ ਆਨ। ਇਹ ਭਾਈ ਸੁਣੋ, ਤੁਸੀਂ ਇਸ ਕਹਿਰ ਤੋਂ ਡਰੋ ਨਾ। ਕਹਿਰ ਤਾਂ ਹੁੰਦੀ ਏ ਜੇ ਕੋਈ ਆ ਕੇ ਚੜ੍ਹਾਈ ਕਰੇ ਤੇ ਅਸੀਂ ਗੁਲਾਮ ਹੋ ਕੇ ਜੀਏ। ਗੁਲਾਮ ਹੋਣਾ ਕਹਿੰਦੇ ਨੇ ਮਰ ਜਾਣਾ ਬਰਾਬਰ ਹੈ। ਗੁਰੂ ਸਾਹਿਬ ਨੇ ਹਰ ਮੰਦਰਾਂ ਵਿੱਚ ਜਾ ਕੇ ਹੋਕਾ ਦਿੱਤਾ, ਭਾਈ ਸ਼ੇਰਾਂ ਵਾਂਗ ਜ਼ਿੰਦਗੀ ਜੀਓ। ਇਹ ਕੀ ਮਰਦਿਆਂ ਵਾਲੀ ਤੁਸੀਂ ਜ਼ਿੰਦਗੀ ਜੀ ਰਹੇ ਹੋ। ਤੇ ਸਾਧ ਸੰਗਤ, ਉਸ ਵੇਲੇ ਇਹ ਮਾਹੌਲ ਐਸਾ ਸੀ ਕਿ ਔਰੰਗਜ਼ੇਬ ਦਾ ਕਹਿਰ ਐਸਾ ਮੱਚ ਚੁੱਕਾ ਸੀ ਕਿ ਸਾਧ ਸੰਗਤ,
ਉਹਨੇ ਇਫਤਿਆਰ ਖਾਨ ਨੂੰ ਕਹਿ ਕੇ ਕਿ ਸਾਰਿਆਂ ਨੂੰ ਹਿੰਦੂ, ਦੇਖੋ 5 ਜਾਂ 4 ਗ੍ਰਾਮ ਦਾ ਹੁੰਦਾ ਹੋਣਾ ਜਨੇਊ, ਕਿੰਨਾ ਕੁ ਹੁੰਦਾ ਉਸ ਧਾਗੇ ਦਾ ਵਜ਼ਨ? ਕੋਈ 3 ਤੰਦਾਂ ਦਾ ਹੁੰਦਾ, 5 ਤੰਦਾਂ ਦਾ, ਚਲੋ 5 ਤੰਦਾਂ ਦਾ ਲਾਓ, 5 ਗ੍ਰਾਮ ਦਾ ਹੋਏਗਾ। 1.25 ਮਣ ਜਨੇਊ ਲਾ ਕੇ ਤੇ ਉਹ ਰੋਟੀ ਖਾਂਦਾ ਸੀ। ਕਿੰਨੇ ਧਰਮ ਨੂੰ ਕਨਵਰਟ ਕਰਕੇ ਹਿੰਦੂ ਨੂੰ ਹਿੰਦੂ ਧਰਮ ਤੋਂ ਇਸਲਾਮ ਧਰਮ ਵਿੱਚ ਲਿਆਉਣਾ, ਕਿੰਨੇ ਰੋਜ਼ ਦੇ। ਪਰ ਉਹ ਥੱਕ ਗਿਆ, ਕਹਿੰਦਾ ਇਸ ਤਰ੍ਹਾਂ ਦੇ ਖਤਮ ਨਹੀਂ ਹੋਣੇ। ਤੇ ਉਹਨੇ ਫਿਰ ਇੱਕ ਬਿਉਂਤ ਬਣਾਈ, ਇਫਤਿਆਰ ਖਾਨ ਨੂੰ ਤਿਆਰ ਕੀਤਾ ਕਿ ਇਹਨਾਂ ਦਾ ਜਿਹੜਾ ਗੜ੍ਹ ਹੈ ਕਸ਼ਮੀਰ, ਜਿੱਥੇ ਵੱਡੇ ਵੱਡੇ ਵਿਦਵਾਨ ਨੇ, ਵੱਡੇ ਵੱਡੇ ਹਿੰਦੂ ਸਮਾਜ ਦੇ ਵੇਦ ਪੁਰਾਣ ਪੜ੍ਹਨ ਵਾਲੇ ਗਿਆਤਾ ਸੂਝਵਾਨ ਬੰਦੇ ਉੱਥੇ ਹਨ। ਜੇ ਇਹਨਾਂ ਨੂੰ ਹੀ ਮੈਂ ਸਭ ਨੂੰ ਬੰਦੀ ਬਣਾ ਕੇ ਇਹਨਾਂ ਨੂੰ ਹੀ ਮੁਸਲਮਾਨ ਬਣਾਤਾ ਤੇ ਹਿੰਦੂ ਧਰਮ ਆਪੇ ਹੀ ਬਣ ਜਾਏਗਾ। ਮੈਂ ਕੀ ਇੱਕ ਨੂੰ ਬਣਾਉਣਾ ਹੈ? ਤੇ ਜਦ ਸਾਰਿਆਂ ਨੇ ਮਿਲ ਕੇ ਸਲਾਹ ਕੀਤੀ ਤੇ ਉੱਥੇ ਪਹੁੰਚੇ, ਤੇ ਉਸ ਵੇਲੇ ਕਸ਼ਮੀਰੀ ਪੰਡਤਾਂ ਨੇ ਸਾਰਿਆਂ ਨੇ ਕਿਹਾ ਕਿ ਸਾਨੂੰ 6 ਮਹੀਨੇ ਦਾ ਟਾਈਮ ਦਿਓ। 6 ਮਹੀਨੇ ਦਾ ਟਾਈਮ ਦਿੱਤਾ ਤੇ ਉਸ ਅਮਰਨਾਥ ਦੀ ਗੁਫਾ ਤੇ ਇੱਕ ਮੇਲਾ ਲੱਗਦਾ ਸੀ, ਸਾਰੇ ਹੀ ਆ ਗਏ ਉੱਥੇ। ਤੇ ਉਹਨੇ ਇਫਤਿਆਰ ਖਾਨ ਨੇ ਕਿਹਾ ਬਈ ਤੁਹਾਡਾ ਸਮਾਂ ਕੋਲ ਆ ਗਿਆ। ਤੇ ਫਿਰ ਸਾਰਿਆਂ ਨੇ ਕਿਹਾ ਕਿਰਪਾ ਰਾਮ ਜੀ ਜੋ ਗੁਰੂ ਨਾਨਕ ਦੇ ਘਰ ਦੇ ਬਹੁਤ ਮੁਰੀਦ ਨੇ, ਉਹਨਾਂ ਦੇ ਪਰਿਵਾਰ ਗੁਰੂ ਨਾਨਕ ਪਾਤਸ਼ਾਹ ਦੇ ਸਮੇਂ ਉਹਨਾਂ ਦੀਆਂ ਵੱਡੇ ਵਡੇਰੇ ਉਹਨਾਂ ਦਾ ਜਸ ਗਾਉਂਦੇ ਨੇ, ਕਿਉਂਕਿ ਉਹ ਆਪ ਤੇ ਪੰਡਿਤ ਲੋਕ ਜਾ ਨਹੀਂ ਸਕਦੇ ਸਨ, ਗੁਰੂ ਘਰ ਦੀ ਬਦਖੋਈ ਕੀਤੀ ਹੋਈ ਸੀ, ਵੈਰ ਕਮਾਇਆ ਹੋਇਆ ਸੀ। ਤੇ ਫਿਰ ਸਾਰਿਆਂ ਨੇ ਕਿਹਾ ਇੱਕੋ ਘਰ ਹੈ, ਜਿਸ ਪਾਪੀ ਕੋ ਮਿਲੇ ਨਾ ਢੋਈ, ਸ਼ਰਨ ਆਵੇ ਤਾਂ ਨਿਰਮਲ ਹੋਈ। ਉਹ ਇੱਕੋ ਹੀ ਘਰ ਹੈ, ਉਹ ਗੁਰੂ ਨਾਨਕ ਦਾ ਘਰ ਹੈ, ਉਹਦੇ ਅੱਗੇ ਫਰਿਆਦ ਕਰੋ। ਫਿਰ ਸਾਰੇ ਪੰਡਿਤ ਕਿਰਪਾ ਰਾਮ ਜੀ ਦੀ ਅਗਵਾਈ ਹੇਠ ਚੱਲ ਕੇ ਉਸ ਪਾਵਨ ਪਵਿੱਤਰ ਧਰਤੀ ਜੋ ਕਿ ਅਨੰਦਪੁਰ ਸਾਹਿਬ ਦੀ ਧਰਤੀ ਤੇ ਅੱਜ ਪੁਕਾਰ ਲੈ ਕੇ ਆਏ ਹਨ। ਤੇ ਉਹ ਕਿਹੜੀ ਪੁਕਾਰ ਲੈ ਕੇ ਆਏ ਸਨ? ਗੁਰੂ ਤੇਗ ਬਹਾਦਰ ਸਾਹਿਬ ਜੀ ਕੋਲ ਭੱਟ ਜਿਹੜੇ ਕਵੀ ਚਾਂਦ ਜੀ ਸੀ, ਉਹ ਕਹਿੰਦੇ ਸਨ ਚਿਤ ਚਰਨ ਕਮਲ ਕਾ ਆਸਰਾ, ਚਿਤ ਚਰਨ ਕਮਲ ਸੰਗ ਜੋੜੀਏ, ਮਨ ਲੋਚੇ ਬੁਰਿਆਈਆਂ, ਗੁਰ ਸ਼ਬਦੀ ਏ ਮਨ ਹੋੜੀਏ, ਬਾਹੇ ਜਿਨ੍ਹਾਂ ਦੀ ਪਕੜੀਏ, ਸਿਰ ਦੀਜੇ ਬਾਹੇ ਨਾ ਦੀਜੀਏ, ਤੇਗ ਬਹਾਦਰ ਬੋਲਿਆ ਧਰ ਪਈਏ, ਧਰਮ ਨਾ ਛੋੜੀਏ। ਤਾਂ ਮਹਾਰਾਜ ਦੇ ਚਰਨ ਫੜ ਲਏ। ਸਾਡਾ ਧਰਮ, ਹਿੰਦੂ ਧਰਮ, ਸਨਾਤਨ ਧਰਮ ਖਤਰੇ ਵਿੱਚ ਹੈ, ਤਾਂ ਤੁਸੀਂ ਸਾਡੀ ਬਾਂਹ ਫੜੋ। ਸੋ ਸਾਧ ਸੰਗਤ ਸਮਾਂ ਹੋ ਗਿਆ, ਮੈਂ ਇਸ ਦੀ ਕੰਟੀਨਿਊਟੀ ਜੋ ਹੈ ਅਗਲੀ ਵਾਰੀ ਅਸੀਂ ਫਿਰ ਮਿਲ ਬੈਠ ਕੇ ਗੁਰੂ ਨੇ ਸਾਹਿਬ ਨੇ ਸਵਾਸ ਬਖਸ਼ੇ ਤੇ ਅਸੀਂ ਇਸ ਨੂੰ ਰੱਖਾਂਗੇ। ਅਸੀਂ ਅਨੰਦਪੁਰ ਦੀ ਧਰਤੀ ਤੱਕ ਪਹੁੰਚੇ ਹਾਂ। ਮਹਾਰਾਜ ਦੇ ਜੀਵਨ ਕਾਲ ਜਿੱਥੋਂ ਆਰੰਭ ਹੋਇਆ ਹੈ, ਹੁਣ ਅਨੰਦਪੁਰ ਦੀ ਧਰਤੀ ਤੇ ਅੱਜ ਉਹ ਸਾਰੇ ਪੰਡਿਤ ਜਨ ਗੁਰੂ ਸਾਹਿਬ ਦੇ ਅੱਗੇ ਫਰਿਆਦ ਜਿਹੜੀ ਲੈ ਕੇ ਆਏ ਹਨ ਕਿ ਹਿੰਦੂ ਧਰਮ ਖਤਰੇ ਵਿੱਚ ਹੈ। ਕਿਸ ਤਰ੍ਹਾਂ ਗੁਰੂ ਤੇਗ ਬਹਾਦਰ ਸਾਹਿਬ ਨੇ ਬਾਹੇ ਜਿਨ੍ਹਾਂ ਦੀ ਪਕੜੀ ਹੈ, ਸਿਰ ਦੀਜੇ ਬਾਹੇ ਨਾ ਛੋੜੀਏ। ਉਹਨਾਂ ਨੇ ਬਾਂਹ ਫਿਰ ਪਕੜੀ। ਗੁਰੂ ਤੇ ਐਸਾ ਹੈ ਕਿ ਗੁਰੂ ਬਾਂਹ ਫੜ ਲੈ ਨਾ ਫਿਰ ਛੱਡਦਾ ਵੀ ਨਹੀਂ ਜੇ ਬਾਂਹ। ਤੇ ਤੁਸੀਂ ਹੁਣ ਇਹ ਸੋਚੋਗੇ, ਮੈਂ ਸੋਚਾਂਗਾ ਇਹਦੇ 'ਚ ਸਾਨੂੰ ਕੀ ਹੈ? ਇਹ ਤੇ ਕਹਾਣੀ ਕਥਾ ਹੈ ਜਾਂ ਹਕੀਕਤ ਹੈ, ਜੋ ਵੀ ਹੈ, ਪਰ ਇਹਦੇ ਸਾਨੂੰ ਕੀ ਲਾਭ ਹੈ? ਕਦੀ ਇਹ ਵੀ ਸੋਚਿਆ ਉਹ ਪੰਡਿਤ ਜਨਾਂ ਨੇ ਤੇ ਬਾਂਹ ਫੜਾ ਲਈ, ਆਪਣਾ ਅੰਦਰ ਦਾ ਨੰਗੇਸ ਸਤਿਗੁਰੂ ਦੇ ਅੱਗੇ ਰੱਖ ਦਿੱਤਾ। ਅਸੀਂ ਕਦੋਂ ਬਾਂਹ ਫੜਾਵਾਂਗੇ ਗੁਰੂ ਸਾਹਿਬ ਨੂੰ? ਬਾਂਹ ਫੜਾਣੀ ਕੀ ਹੈ? ਬਾਂਹ ਫੜਾਣੀ ਹੈ ਜਿਹੜਾ ਤੁਸੀਂ ਕੰਮ ਕਰਦੇ ਹੋ ਨਿਤਨੇਮ। ਜਦੋਂ ਤੁਸੀਂ ਅੰਮ੍ਰਿਤ ਵੇਲੇ ਜਾ ਕੇ ਨਿਤਨੇਮ ਕਰਦੇ ਹੋ, ਸਮਝ ਲਓ ਤੁਸੀਂ ਆਪਣੀ ਬਾਂਹ ਗੁਰੂ ਨੂੰ ਫੜਾ ਦਿੱਤੀ ਹੈ। ਆਪਣੀ ਨਹੀਂ, ਗੁਰੂ ਨੇ ਤੁਹਾਡੀ ਬਾਂਹ ਫੜ ਲਈ ਹੈ। ਅਸੀਂ ਫੜਾਂਗੇ ਤੇ ਛੁੱਟ ਸਕਦੇ ਨੇ ਗੁਰੂ ਸਾਹਿਬ ਦੀ ਬਾਂਹ ਸਾਡੇ ਹੱਥੋਂ, ਪਰ ਜਦੋਂ ਜਿਨ੍ਹਾਂ ਦੀ ਬਾਂਹ ਗੁਰੂ ਫੜ ਲੈਂਦਾ ਨਾ, ਬਾਹੇ ਜਿਨ੍ਹਾਂ ਦੀ ਪਕੜੀ ਹੈ, ਸਿਰ ਦੀਜੇ ਬਾਹੇ ਨਾ ਛੋੜੀਏ। ਫਿਰ ਗੁਰੂ ਬਾਂਹ ਨਹੀਂ ਛੱਡਦਾ। ਫਿਰ ਭਾਵੇਂ ਆਪਣਾ ਧੜ ਤੋਂ ਸੀਸ ਵੀ ਅਲੱਗ ਹੋ ਜਾਏ, ਗੁਰੂ ਫਿਰ ਬਾਂਹ ਨਹੀਂ ਛੱਡਦਾ। ਤੋ ਐਸੇ ਦੀਨ ਦਿਆਲ ਸਤਿਗੁਰੂ ਨੂੰ ਅਸੀਂ ਵੀ ਚਾਹੁੰਦੇ ਹਾਂ ਗੁਰੂ ਸਾਹਿਬ ਸਾਡੀ ਵੀ ਤੁਸੀਂ ਬਾਂਹ ਫੜ ਲਓ। ਅਸੀਂ ਵੀ ਇਸ ਸੰਸਾਰ ਦੇ ਭਰਮਾਂ ਵਹਿਮਾਂ ਵਿੱਚ, ਪਖੰਡਾਂ ਵਿੱਚ ਆਪਣੇ ਜੀਵਨ ਨੂੰ ਖਤਮ ਕਰ ਰਹੇ ਹਾਂ। ਮਹਾਰਾਜ ਸਾਨੂੰ ਵੀ ਕਿਰਪਾ ਕਰਕੇ ਇਹੀ ਰੋਜ਼ ਮੰਗਿਆ ਕਰੋ ਕਿ ਅੰਮ੍ਰਿਤ ਵੇਲੇ ਜਗਾ ਕੇ, ਮਹਾਂਪੁਰਖ ਕਹਿੰਦੇ ਸਨ ਜਿਹੜਾ ਅੰਮ੍ਰਿਤ ਵੇਲੇ ਜਾ ਕੇ ਨਿਤਨੇਮ ਕਰ ਲੈਂਦਾ ਹੈ, ਸਮਝ ਲਓ ਗੁਰੂ ਉਹਨਾਂ ਦੀ ਬਾਂਹ ਫਕੜ ਲੈਂਦਾ ਹੈ। ਅਗਨ ਸਾਗਰ ਬੂਡਤ ਸੰਸਾਰਾ, ਨਾਨਕ ਬਾਹਾਂ ਪਕੜ ਸਤਿਗੁਰ ਨਿਸਤਾਰਾ। ਇੱਥੋਂ ਤੱਕ ਬਾਂਹ ਹੀ ਨਹੀਂ ਪਕੜਦਾ, ਉਹ ਸਾਡਾ ਨਿਸਤਾਰਾ ਵੀ ਕਰ ਦਿੰਦਾ। ਸਤਿਗੁਰ ਸਿੱਖ ਹਾਲਤ ਪਲਤ ਸਵਾਰੈ,
ਹਾਲਤ ਵੀ ਪਲਤ ਵੀ ਇੱਥੇ ਉੱਥੇ। ਨਾਨਕ ਸਤਿਗੁਰ ਸੀਕੋ ਜੀ ਨਾਲ ਸਮਾਰੇ। ਉਹ ਨਾਲ ਆਪਣੇ ਗਲ ਦੇ ਨਾਲ ਲਾ ਲੈਂਦਾ ਹੈ, ਰੱਖੇ ਗਲ ਲਾਏ। ਉਹ ਲੱਕ ਰੱਖਦਾ ਹੀ ਨਹੀਂ ਹੈ, ਆਪਣੇ ਗਲ ਲਾ ਲੈਂਦਾ ਹੈ। ਪਰ ਜੇ ਅਸੀਂ ਗੁਰੂ ਨੂੰ ਕੀ ਸਮਝਣਾ ਹੈ ਕਿ ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ, ਆਪਣੇ ਪਿਤਾ ਹੀ ਨਹੀਂ ਰੱਬ ਜਾਣ ਕੇ ਗੁਰੂ ਨੂੰ ਪੂਜਣਾ ਹੈ। ਗੁਰੂ ਪਰਮੇਸ਼ਰ ਇੱਕੋ ਜਾਣ, ਇੱਕੋ ਹੀ ਨੇ, ਰੱਬ ਵੱਖਰਾ ਨਹੀਂ ਹੈ, ਗੁਰੂ ਵੱਖਰਾ ਨਹੀਂ ਹੈ। ਜਿਸ ਦਿਨ ਤੇਰੇ ਮਨ ਚ ਆ ਗਿਆ ਸਿੱਖਾ ਗੁਰੂ ਵੱਖਰਾ ਹੈ, ਰੱਬ ਵੱਖਰਾ ਹੈ, ਤੇ ਗੁਰੂ ਤੋਂ ਕੋਸਾ ਦੂਰ ਹੋ ਜਾਏਗਾ। ਕਿਉਂਕਿ ਜਿਹੜੇ ਗੁਣ ਰੱਬ ਦੇ ਵਿੱਚ ਨੇ ਉਹੀ ਤੇਰੇ ਗੁਰੂ ਵਿੱਚ ਨੇ, ਤੇ ਗੁਰੂ ਔਰ ਰੱਬ ਵਿੱਚ ਫਰਕ ਨਹੀਂ ਹੈ, ਇੱਕੋ ਹੀ ਹਨ। ਤੇ ਜਦੋਂ ਅਸੀਂ ਰੱਬ ਨੂੰ, ਗੁਰੂ ਨੂੰ ਰੱਬ ਮੰਨ ਕੇ ਚੱਲਾਂਗੇ ਤੇ ਫਿਰ ਕੀ ਹੋਏਗਾ? ਇਹ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ। ਸੋ ਅੱਜ ਗੁਰੂ ਪਾਤਸ਼ਾਹ ਦੇ ਇਸ ਜੀਵਨ ਨੂੰ ਅਸੀਂ ਅਨੰਦਪੁਰ ਦੀ ਧਰਤੀ ਤੱਕ ਪਹੁੰਚੇ ਹਾਂ। ਅਗਲੇ ਹਫਤੇ ਅਸੀਂ ਫਿਰ ਇਸ ਸਫ਼ਰ ਨੂੰ, ਸ਼ਹਾਦਤ ਦਾ ਜਿਹੜਾ ਸਫ਼ਰ ਹੈ, ਮਹਾਰਾਜ ਕਿਸ ਤਰ੍ਹਾਂ 5 ਸਿੱਖਾਂ ਦੇ ਨਾਲ ਉੱਥੋਂ ਚੱਲ ਕੇ ਇਸ ਪਾਵਨ ਪਵਿੱਤਰ ਧਰਤੀ ਨੂੰ ਭਾਗ ਲਾਉਣ ਵਾਸਤੇ ਹੀ ਮੈਂ ਕਹਾਂਗਾ ਗੁਰੂ ਦੇ ਚਰਨ ਪਏ ਹਨ। ਸੋ ਵੱਖ-ਵੱਖ ਸਥਾਵਾਂ ਤੋਂ ਹੁੰਦੇ ਹੋਏ ਇਸ ਸਥਾਨ ਤੇ ਪਹੁੰਚ ਕੇ ਗੁਰੂ ਨੇ ਸ਼ਹਾਦਤ ਦਾ ਜਾਮ ਪੀਤਾ। ਆਓ ਅਸੀਂ ਉਸ ਨੂੰ ਅਗਲੇ ਹਫਤੇ ਵਿਚਾਰਨ ਦਾ ਯਤਨ ਕਰਾਂਗੇ। ਅਰਦਾਸ ਕਰੋ ਆਪਣੀ ਵੀ ਮੇਰੀ ਵੀ, ਗੁਰੂ ਸਾਹਿਬ ਸਵਾਸ ਬਖਸ਼ਣ, ਅਸੀਂ ਵੱਧ ਚੜ੍ਹ ਕੇ ਸੇਵਾ ਕਰੀਏ, ਗੁਰੂ ਦੀ ਖੁਸ਼ੀਆਂ ਪ੍ਰਾਪਤ ਕਰੀਏ। ਆਉਣ ਵਾਲੇ ਦਿਨਾਂ ਵਿੱਚ ਵੱਧ ਤੋਂ ਵੱਧ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਪੜ੍ਹੋ, ਗੁਰੂ ਦੀ ਸੰਗਤ ਕਰੋ ਔਰ ਗੁਰੂ ਦੀ ਖੁਸ਼ੀਆਂ ਪ੍ਰਾਪਤ ਕਰੋ। ਉਸ ਤੋਂ ਬਾਅਦ ਵੀ ਆਉਣ ਵਾਲੇ ਦਿਨ ਜਿਹੜੇ ਆ ਰਹੇ ਨੇ ਉਹ ਛੋਟੇ ਸਾਹਿਬਜ਼ਾਦਿਆਂ ਦੇ ਨੇ। ਕੋਸ਼ਿਸ਼ ਕਰੋ ਘਰਾਂ ਦੇ ਵਿੱਚ ਕੋਈ ਐਸਾ ਖੁਸ਼ੀ ਦਾ ਮੋਲ ਨਾ ਬਣਾਓ। ਕੋਈ ਵੀ ਮੇਰੇ ਨਾਲ ਤੇ ਐਸੇ ਵੀਰ ਨੇ, ਜਾਣਕਾਰ ਨੇ, ਜਿਹੜੇ ਇਹਨਾਂ ਦਿਨਾਂ ਦੇ ਵਿੱਚ ਭੁੰਜੇ ਸੌਂਦੇ ਨੇ, ਮਿੱਠਾ ਵੀ ਨਹੀਂ ਖਾਂਦੇ, ਕੋਈ ਵਿਆਹ ਸ਼ਾਦੀ ਅਟੈਂਡ ਨਹੀਂ ਕਰਦੇ, ਐਸੀ ਖੁਸ਼ੀ ਦਾ ਕੋਈ ਮੋਲ ਨਹੀਂ ਬਣਾਉਂਦੇ। ਕੋਈ ਵਹਿਮ ਨਹੀਂ ਹੈ, ਪਰ ਇੰਨੀਆਂ ਸ਼ਹਾਦਤਾਂ ਨੂੰ ਦੇਖ ਕੇ, ਜੇ ਅਸੀਂ ਕੱਲ੍ਹ ਪਰਸੋਂ ਮੈਂ ਇੱਕ ਦੇਖ ਰਿਹਾ ਸੀ, ਉਹ ਹਿੰਦੂ ਧਰਮ ਦਾ ਹੀ ਕੋਈ ਬੰਦਾ ਬੋਲ ਰਿਹਾ ਸੀ, ਕਹਿੰਦਾ ਹਿੰਦੂ ਕਾਇਰ ਨੇ। ਕਿਸੇ ਨੇ ਕਿਹਾ ਕਿਉਂ? ਕਹਿੰਦੇ 25 ਦਸੰਬਰ ਨੂੰ ਮਨਾ ਰਹੇ ਨੇ, ਦੂਜੇ ਧਰਮਾਂ ਦੇ ਨੂੰ ਆਪਣਾ ਬਣਾ ਰਹੇ ਨੇ, ਪਰ ਆਪਣਾ ਕੋਈ ਪਤਾ ਨਹੀਂ। ਤੇ ਉਹ ਕਹਿੰਦੇ ਨੇ ਸਿੱਖ ਵੀ ਉਹ ਵਜ੍ਹਾ ਹੀ ਨੇ ਜੇ 25 ਦਸੰਬਰ ਉਹ ਦਿਨਾਂ ਵਿੱਚ ਕੋਈ ਖੁਸ਼ੀ ਦਾ ਮਾਹੌਲ ਬਣਾ ਰਹੇ ਨੇ। ਤਾਂ ਗੁਰੂ ਸਾਹਿਬ ਸਾਨੂੰ ਇਹ ਸੂਝ ਬਖਸ਼ਣ, ਇਹ ਗਿਆਨ ਬਖਸ਼ਣ, ਅਸੀਂ ਉਹ ਦਿਨਾਂ ਵਿੱਚ ਕੋਸ਼ਿਸ਼ ਕਰੀਏ ਘਰਾਂ ਦੇ ਅੰਦਰ ਕੋਈ ਖੁਸ਼ੀ ਦਾ ਮਾਹੌਲ ਨਹੀਂ, ਸਿਰਫ ਤੇ ਸਿਰਫ ਉਹਨਾਂ ਛੋਟੇ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹੀਦੀ ਨੂੰ ਯਾਦ ਰੱਖੀਏ, ਉਹਨਾਂ ਦੀਆਂ ਕਥਾ ਕਹਾਣੀਆਂ ਸੁਣੀਏ, ਮਨ ਵਿੱਚ ਉਹ ਜਜ਼ਬਾ ਲਿਆਈਏ ਕਿ ਸਤਿਗੁਰੂ ਧੰਨ ਨੇ ਤੁਸੀਂ, ਧੰਨ ਤੁਹਾਡੇ ਪਿਆਰੇ ਨੇ, ਧੰਨ ਤੁਹਾਡੀ ਸਿੱਖੀ ਹੈ। ਇਤਨੀ ਸੇਵਾ ਪ੍ਰਵਾਨ ਕਰਨੀ। ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ।